वाहेगुरु जी का खालसा वाहेगुरु जी की फतेह। सतगुरां दी पवित्र हजूरी विच दिन दे पिछले पैर दे दीवाना अंदर कदम कदम चलते हुए दूरों नेड़ियों हाजरियां भरते समा सफल बना रहे हो। आओ जिन्ना भी वक्त गुरु कृपा सदका प्राप्त हो रही है, प्रभु परमात्मा के गुणों का गायन करिए। सतगुरां दी पवित्र अते पावन कथा दे विचों आप जी ने सरवण कीता सी नूर शाह जादूगरनी ने जदों सतगुरां दी पहचान की, गुरु पातशाह जी ने अमृत बचन उचारण किया, गली असी चंगिया आचारी बुरियाह मन हो कसुता कालिया बाहर चिटरिया। इन्हां शब्दां द्वारा उन्हां लोकां दे हिरदियां नूं ठंडा ठार कर दिता। गुरु चरनामृत लई है, धर्मशाला बनाई, कर्म कांड ते पखंड छड्ड के सारी जिंदगी परमेश्वर दे नाम नूर शाह जादूगरनी ते उहदियां सहेलियां ने लाई। काफी समा सतगुरां ने इस इलाके विच बतीत कीता, छोटे बड़े बड़े चोज वरताए। स्वाओ गरीब नवाज सतगुरां दे उस पावन सफर ते चलिए, पाओ प्रेम की सांझ, असीसां बख्शो, गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा मिया सदन पंकज बदन मोकदन गत दैन। दीन दुनिया दे मालिक गुरु नानक साहब दियां दी महिमा कवि संतोख सिंह कर रहे। गुरु पातशाह किरपा दे घर ने, मोह नूं कट्टण वाले ने, हिरदे नूं सकून अते शांति देण वाले ने। ऐसे ने गुरु पातशाह दे चरण, जिन्हां जिन्हां ने सतगुरां दे चरण पासे ने गुरु नानक साहब जी दा ओट आसरा तके किरपा दे पात्र बन गए ने। चरण शरण तिन परनम दर्शन परसन चैन। जिन्हां दे दीदार कीतियां तो अंदर चैन मिल जाता है, शांति आ जाती है। कवि जी कहते मैं बलिहार जावां कुर्बान जावां, ऐसे सतगुरां दे चरनां तो आपां निशावर करदे हां। मेरी बारंबार बंदना है गरीब नवाज, कृपा करके दया करके अपनी कथा आप लिखवा लियो। असीं कलयुगी जीव हां, तेरी महिमा नूं लिखना कोई खेड़ नहीं है, पर यह सब तेरी कृपा दे नाल ही हो रहा है। चरनां ते बंदना करके प्रसंग दी आरंभता करदे हन। श्री बाला सुंदर वाच चौपई आगे गमने श्री गुरुपुरी निज दर्शन जो देगत रूरी। भाई बाला जी गुरु अंगद दे पातशाह जी नूं ये पावन कथा
ਖਡੂਰ ਸਾਹਿਬ ਦੀ ਸੋਹਣੀ ਧਰਤੀ ਤੇ ਸੁਣਾ ਰਹੇ ਨੇ ਸੰਗਤਾਂ ਦੇ ਵਿੱਚ। ਜਦੋਂ ਅਸਾਮ ਦੇ ਲੋਕਾਂ ਦਾ ਉਧਾਰ ਕੀਤਾ ਹੈ, ਗੁਰੂ ਪਾਤਸ਼ਾਹ ਇੱਥੋਂ ਅੱਗੇ ਚੱਲ ਪਏ। ਹੁਣ ਸਾਬੋ ਜੀ ਹਰ ਨਗਰ, ਹਰ ਸ਼ਹਿਰ, ਹਰ ਇਲਾਕੇ ਵਿੱਚੋਂ ਗੁਜ਼ਰਦੇ ਨੇ। ਕਵੀ ਜੀ ਕਹਿੰਦੇ ਹਜ਼ਾਰਾਂ ਥਾਵਾਂ ਤੇ ਗੁਰੂ ਪਾਤਸ਼ਾਹ ਗਏ ਨੇ, ਪਰ ਸਾਰਿਆਂ ਨੂੰ ਲਿਖ ਦੇਣਾ ਕਹਿੰਦੇ ਇੰਨੀ ਪਹੁੰਚ ਮੇਰੀ ਨਹੀਂ ਹੈ। ਜਿੱਥੋਂ ਜਿੱਥੋਂ ਤੱਕ ਪ੍ਰਾਪਤ ਹੋਇਆ ਉੱਥੋਂ ਤੱਕ ਲਿਖ ਦਿੱਤਾ। ਮੋਟੇ ਮੋਟੇ ਪ੍ਰਸੰਗ ਲਿਖੇ ਆ ਜੋ ਉਂਗਲਾਂ ਤੇ ਗਿਣੇ ਜਾਣ ਵਾਲੇ, ਕਿਉਂਕਿ ਸਤਿਗੁਰਾਂ ਦੀ ਮਹਿਮਾ ਅਗਾਧ ਹੋ। ਅਸਾਮ ਦੀ ਨਗਰੀ ਤ੍ਰਿਆ ਰਾਜ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਸਾਥੀ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੇ ਸਮੇਤ ਅਗਲੇ ਪੈਂਡੇ ਵੱਲ ਚੱਲੇ। ਸੈਂਕੜੇ ਫਕੀਰ ਤੇ ਗਰੀਬਾਂ ਦੀਆਂ ਝੁੱਗੀਆਂ ਝੋਪੜੀਆਂ ਆਉਂਦੀਆਂ ਨੇ, ਰਾਜੇ ਮਹਾਰਾਜਿਆਂ ਦੇ ਮਹਿਲ ਆਉਂਦੇ, ਜਿੱਥੇ ਦਿਨ ਛਿਪਦਾ ਰਾਤ ਕੱਟਦੇ ਦਿਨ ਚੜ੍ਹਦਾ ਤੁਰ ਪੈਂਦੇ। ਬੜਿਆਂ ਦਾ ਉਧਾਰ ਕੀਤਾ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਭਰਥਰ ਆਸ਼ਰਮ ਜਹਾਂ ਸੁਹਾਵਨ, ਤਹਾਂ ਜਾਏ ਪਹੁੰਚੇ ਜਸ ਪਾਵਨ। ਕਿਰਪਾ ਦੇ ਘਰ ਸਤਿਗੁਰ ਚੱਲਦੇ ਚੱਲਦੇ ਇੱਕ ਬੀਆਬਾਨ ਜੰਗਲ ਨੂੰ ਪਾਰ ਕਰ ਗਏ। ਸ਼ਹਿਰ ਦੀ ਆਬਾਦੀ ਤੋਂ ਦੂਰ ਜੰਗਲਾਂ ਦੇ ਨੇੜੇ ਇੱਕ ਸਾਧੂ ਦਾ ਆਸ਼ਰਮ ਬਣਿਆ। ਆਸ਼ਰਮ ਮਤਲਬ ਡੇਰਾ। ਅੱਗੇ ਜਿਹੜੇ ਆਸ਼ਰਮ ਹੁੰਦੇ ਸੀ ਕੱਖਾਂ ਕਾਨਿਆਂ ਦੀਆਂ ਝੁੱਗੀਆਂ ਤੇ ਕੁਲੀਆਂ ਸਨ। ਕਹਿੰਦੇ ਆਸ਼ਰਮ ਬੜਾ ਸੋਹਣਾ ਬਣਾਇਆ ਹੋਇਆ ਹੈ। ਆਸੇ ਪਾਸੇ ਬਾੜਾਂ ਕੀਤੀਆਂ ਨੇ, ਝਾੜੀਆਂ ਦੀਆਂ, ਕੰਡਿਆਂ ਦੀਆਂ, ਪਰ ਵਿੱਚ ਵਿਚਕਾਰ ਇੱਕ ਬਹੁਤ ਸੁੰਦਰ ਕੁਟੀਆ ਬਣਾਈ ਹੋਈ ਹੈ। ਛੋਟਾ ਜਿਹਾ ਉਹਦਾ ਦਰਵਾਜ਼ਾ ਰੱਖਿਆ ਖੁੱਲ੍ਹਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਸ਼ਰਮ ਵੇਖਿਆ। ਮਹਾਰਾਜ ਕਹਿੰਦੇ ਵੇਖ ਮਰਦਾਨਿਆ ਕਿੰਨਾ ਸੋਹਣਾ ਮਹਿਲ ਹੈ। ਭਾਵੇਂ ਗਰੀਬ ਦੀ ਕੁੱਲੀ ਹੋਵੇ, ਜੇ ਘਰ ਪਰਿਵਾਰ ਵਿੱਚ ਏਕਾ ਤੇ ਪਿਆਰ ਹੈ, ਮਹਿਲਾਂ ਤੋਂ ਘੱਟ ਨਹੀਂ। ਉਸ ਵੇਲੇ ਭਾਈ ਮਰਦਾਨਾ ਜੀ ਪੁੱਛਦੇ, ਕਹਿੰਦੇ ਮਹਾਰਾਜ ਇਹ ਆਸ਼ਰਮ ਹੈ ਕਿਹਦਾ? ਤੁਸੀਂ ਤੇ ਜਾਣੀ ਜਾਣੋ, ਸਭ ਕੁਝ ਜਾਣਦੇ ਹੋ। ਮਹਾਰਾਜ ਕਹਿੰਦੇ ਇਹ ਹੈ ਭਰਥਰੀ ਦਾ। ਭਰਥਰੀ ਇੱਕ ਜੋਗੀ ਹੈ ਜੋ ਸਿੱਧਾਂ ਦੇ ਵਿੱਚ ਹੋਇਆ। ਕਦੇ ਭਾਰਤ ਦੇਸ਼ ਦਾ ਬਹੁਤ ਵੱਡਾ ਰਾਜਾ ਹੋਇਆ, ਰਾਜਾ ਭਰਥਰੀ। ਰਾਜ ਭਾਗ ਛੱਡ ਕੇ ਹਜ਼ਾਰਾਂ ਰਾਣੀਆਂ ਸੀ ਇਹਦੀਆਂ। ਫਕੀਰ ਹੋ ਗਏ, ਸਾਧੂ ਹੋ ਗਏ, ਦਰਗੀਰ ਹੋ ਗਏ। ਇਹ ਆਸ਼ਰਮ ਸੀ ਜੋਗੀ ਭਰਥਰੀ ਦਾ, ਜੋ ਇਕੱਲਾ ਹੀ ਰਹਿੰਦਾ ਹੈ। ਨਾ ਕੋਈ ਸੇਵਕ ਹੈ, ਨਾ ਕੋਈ ਚੇਲਾ। ਕਿਉਂਕਿ ਜਿਹੜੇ ਸਾਧੂ ਪੂਰੇ ਹੁੰਦੇ ਆ ਨਾ ਜੀ, ਉਹ ਕਦੇ ਕਿਸੇ ਨੂੰ ਆਪਣਾ ਚੇਲਾ ਨਹੀਂ ਬਣਾਉਂਦੇ, ਸੇਵਕ ਨਹੀਂ ਬਣਾਉਂਦੇ। ਉਹ ਕਹਿੰਦੇ ਮੈਂ ਤੇ ਆਪ ਸੇਵਕ ਪਰਮਾਤਮਾ ਪਰਮੇਸ਼ਵਰ ਪਿਆਰੇ ਦਾ ਹਾਂ, ਮੈਂ ਕਿਹਨੂੰ ਬਣਾਉਣਾ ਏ? ਉਹ ਗੁਲਾਮ ਨਹੀਂ ਬਣਾ ਸਕਦੇ ਕਿਸੇ। ਤੇ ਭਰਥਰੀ ਜੋਗੀ ਜੁੜਿਆ ਹੋਇਆ ਸੀ, ਇਸ ਕਰਕੇ ਕੋਈ ਚੇਲਾ ਵਾਲਕਾ ਨਹੀਂ ਹੁੰਦਾ, ਇਕੱਲਾ ਰਹਿੰਦਾ ਹੈ ਆਪਣੇ ਆਨੰਦ ਵਿੱਚ, ਆਪਣੀ ਮਸਤੀ ਵਿੱਚ। ਕਹਿੰਦੇ ਇਹ ਆਸ਼ਰਮ ਸੀ ਸੁੰਨਸਾਨ, ਇਕੱਲਾ ਰਹਿੰਦਾ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਭਰਥਰੀ ਬਾਰੇ ਥੋੜਾ ਬਹੁਤਾ ਸੁਣਿਆ ਹੋਇਆ, ਬੜੇ ਕਿੱਸੇ ਮਸ਼ਹੂਰ ਸਨ ਰਾਜੇ ਭਰਥਰੀ ਦੇ। ਐਡਾ ਸ਼ੌਕੀਨ ਰਾਜਾ ਸੀ ਆਪਣੀ ਜ਼ਿੰਦਗੀ ਦੇ ਵਿੱਚ, ਜਿੰਨਾ ਇਹ ਕਾਮੀ ਸੀ, ਜਿੰਨੀ ਮਾਇਆ ਸ਼ੌਹਰਤ ਦੌਲਤ ਇਹਨੇ ਹੰਡਾਈ ਹੈ, ਮੈਨੂੰ ਨਹੀਂ ਲੱਗਦਾ ਦੁਨੀਆ ਤੇ ਕਿਸੇ ਰਾਜੇ ਨੇ ਇੰਨਾ ਕੁਝ ਇਕੱਠਾ ਕੀਤਾ। ਪਰ ਛੜਤਾ ਇੱਕ ਪਲ ਵਿੱਚ ਹੀ ਸਾਰਾ। ਕਹਿੰਦੇ ਉਹ ਰਾਜਾ ਭਰਥਰੀ ਸਾਧੂ ਬਣ ਕੇ, ਦਰਵੇਸ਼ ਬਣ ਕੇ ਇਸ ਕੱਖ ਕੁੱਲੀ ਦੇ ਵਿੱਚ ਰਹਿ ਕੇ ਤਪ ਕਰਦਾ, ਤਪੱਸਿਆ ਕਰਦਾ ਹੈ। ਕਿਉਂਕਿ ਤਪੱਸਿਆ ਕਰਨ ਵਾਸਤੇ ਬਹੁਤਾ ਆੜ ਜਗਾੜ ਨਹੀਂ ਚਾਹੀਦਾ, ਇਕੱਲਾ ਘਰ ਚਾਹੀਦਾ, ਕਮਰਾ। ਗੁਰੂ ਸਾਹਿਬ ਬਾਹਰ ਖੜੇ, ਬੜੀ ਦੇਰ ਤੱਕ ਵੇਖਿਆ ਇਸ ਆਸ਼ਰਮ ਦੇ ਵਿੱਚੋਂ ਕੋਈ ਨਿਕਲ ਕੇ ਆਵੇ, ਪਰ ਕੋਈ ਵੀ ਆਇਆ ਨਾ। ਜਿਹੇ ਮਨ ਹੈ ਸੋ ਸਗਰੋ ਦਿਸ਼ਾ, ਤ੍ਰਿਆ ਰਾਜ ਪੁਨੇ ਅਪਰ ਨਰੇਸ਼ਾ। ਕਿੰਨੀ ਵੱਡੀ ਵਡਿਆਈ ਆ ਉਸ ਵੇਲੇ ਯੋਗੀ ਭਰਥਰੀ ਦੀ, ਕਮਾਈ ਗੱਡੀ ਹੋਵੇਗੀ। ਕਹਿੰਦੇ ਪੂਰੇ ਦੇਸ਼ ਵਿੱਚ ਭਰਥਰੀ ਦਾ ਨਾਂ ਲੈ ਕੇ ਲੋਕੀ ਮੱਥਾ ਟੇਕਦੇ, ਰੋਟੀ ਖਾਂਦੇ ਆ, ਕਿਉਂਕਿ ਰਾਜਾ ਸੀ, ਧਰਮੀ ਸੀ। ਪਰ ਕਹਿੰਦੇ ਜਿਸ ਰਾਜ ਜੋ ਸਤਿਗੁਰ ਚੱਲ ਕੇ ਆਏ ਸੀ ਨਾ, ਤ੍ਰਿਆ ਰਾਜ, ਜਿੱਥੇ ਜਾਦੂ ਕਰਨੀਆਂ ਸੀ ਔਰਤਾਂ, ਉਹ ਵੀ
ਭਰਤਰੀ ਨੂੰ ਆਪਣਾ ਗੁਰੂ ਮੰਨਦੀਆਂ ਸੀ। ਜਦੋਂ ਸਿੱਧਾਂ ਦੀਆਂ ਸਿੱਧੀਆਂ ਲਾਉਂਦੀਆਂ ਸੀ ਨਾ, ਫਿਰ ਭਰਤਰੀ ਨੂੰ ਧਿਆਉਂਦੀਆਂ ਸੀ, ਉਹਦੇ ਮੰਤਰਾਂ ਨੂੰ ਚੇਤੇ ਕਰਦੀਆਂ ਸੀ। ਭਰਤਰੀ ਇੱਕ ਐਸਾ ਜੋਗੀ ਹੈ ਜਿਹਦੀ ਕਥਾ ਆਉਣ ਵਾਲੇ ਪ੍ਰਸੰਗਾਂ ਵਿੱਚ ਵੀ ਗੁਰੂ ਸਾਹਿਬ ਨਾਲ ਹੋਈ, ਸਿੱਧਾਂ ਦੀ ਦੋਸਤ ਚਰਚਾ ਵਿੱਚ। ਕਹਿੰਦੇ ਏਡੀ ਮਹਾਨਤਾ ਸੀ, ਪਰ ਐਡਾ ਮਹਾਨ ਪੁਰਸ਼ ਇਕੱਲਾ ਰਹੇ, ਇਹ ਸੱਚ ਹੈ। ਜ਼ਿੰਦਗੀ ਵਿੱਚ ਵੱਡੀਆਂ ਤਰੱਕੀਆਂ ਕਰਨ ਵਾਲੇ, ਮਾਰ ਕੇ ਮਾਰਨ ਵਾਲੇ, ਅਰਬਾਂ ਖਰਬਾਂ ਦੇ ਮਾਲਕ, ਪਤਾ ਕਰਿਓ ਆਪਣੇ ਜੀਵਨ ਵਿੱਚ ਇਕੱਲੇ ਹੀ ਹਨ। ਤੇ ਬਹੁਤੇ ਸ਼ੂਰ ਸ਼ਰਾਬਿਆਂ ਵਿੱਚ ਰਹਿਣ ਵਾਲਿਆਂ ਦੇ ਪੱਲੇ ਕੱਖ ਨਹੀਂ, ਸਿਰਫ ਦਿਖਾਵਾ ਹੁੰਦਾ ਹੈ। ਰਾਜ ਭਾਗ ਛੱਡ ਕੇ ਯੋਗੀ ਬਣਿਆ, ਸਾਧੂ ਬਣਿਆ ਭਰਤਰੀ। ਕਹਿੰਦੇ ਆਪਣੇ ਆਸ਼ਰਮ ਵਿੱਚ ਇਕੱਲਾ ਰਹਿੰਦਾ ਏ, ਕਦੇ ਮਾਣ ਹੀ ਕੋਈ ਨਹੀਂ ਵੀ ਇਹ ਦੇਸ਼ ਮੇਰਾ ਸੀ। ਅੱਜ ਨਹੀਂ ਹੈ, ਸੀ ਕਦੇ। ਇਸ ਧਰਤੀ ਤੇ ਮੇਰਾ ਰਾਜ ਰਿਹਾ, ਮੈਂ ਇੱਥੋਂ ਦਾ ਰਾਜਾ ਸੀ, ਮਾਈ ਬਾਪ ਸੀ ਲੋਕਾਂ ਦਾ, ਕੋਈ ਮਾਣ ਨਹੀਂ। ਰਾਜ ਮਹਿਲ ਛੱਡ ਕੇ ਕੱਖਾਂ ਦੀ ਕੁੱਲੀ ਵਿੱਚ ਰਹਿਣਾ ਕੋਈ ਖੇਡ ਨਹੀਂ ਹੈ, ਬੜਾ ਔਖਾ ਕੰਮ ਹੈ। ਪਰ ਕਹਿੰਦੇ ਆਪਣੀ ਜ਼ਿੰਦਗੀ 'ਚ ਇੰਨਾ ਸਕੂਨ ਸੀ ਉਹਦੀ ਕੁਟੀਆ ਵਿੱਚ, ਕੱਖ ਕਾਨਿਆਂ ਤੋਂ ਬਿਨਾਂ ਕਹਿੰਦੇ ਦਿਸਦਾ ਹੀ ਕੁਛ, ਸਿਰਫ ਇਕੱਲਾ। ਬੜੀ ਦੇਰ ਸਤਿਗੁਰ ਤਕਰੀਬਨ ਅੱਧਾ ਘੰਟਾ ਇਸ ਆਸ਼ਰਮ ਤੋਂ ਬਾਹਰ ਰੁਕੇ ਰਹੇ, ਕੋਈ ਹਲਚਲ ਨਾ ਹੋਈ, ਨਾ ਕੋਈ ਬੋਲਿਆ, ਨਾ ਕਿਸੇ ਬੁਲਾਇਆ ਏ। ਪੂਜਕ ਹੁਤੇ ਸਰਬ ਨਰ ਨਾਰੀ, ਮਹਿਮ ਜੋਗਨ ਕੀ ਤਹ ਪਾਰੀ। ਫਿਰ ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਕਿਰਪਾ ਕਰਕੇ ਦੱਸ ਹੀ ਦਿਓ ਭਰਤਰੀ ਹੈ ਕੌਣ ਹੈ? ਗੁਰੂ ਬਾਬਾ ਜੀ ਮੁਸਕਰਾ ਕੇ ਕਹਿੰਦੇ ਬੜਾ ਵੱਡਾ ਤਪਸਵੀ ਹੈ, ਯੋਗੀ ਹੈ, ਰੱਬ ਦਾ ਪਿਆਰਾ ਏ। ਇਸ ਇਲਾਕੇ ਦੇ ਵਿੱਚ ਜੇ ਰੱਬ ਦੀ ਪੂਜਾ ਹੁੰਦੀ ਆ ਤੇ ਭਰਤਰੀ ਦੇ ਰੂਪ 'ਚ ਹੁੰਦੀ ਹੈ। ਤੁਸੀਂ ਆਪ ਹਿਸਾਬ ਲਾਓ ਜੀ, ਜਿਹਦੇ ਘਰ ਦੇ ਦਰਵਾਜ਼ੇ ਤੇ ਰੱਬ ਆਪ ਖੜੇ ਨੇ, ਸਾਧੂ ਕੱਢਾ ਹੋਣਾ ਖੋ ਸਤਨਾਮ, ਇਹ ਤੇ ਦੱਸਣ ਦੀ ਲੋੜ ਨਹੀਂ ਨਾ। ਉਹਦੀ ਤਪੱਸਿਆ ਘਾਲ ਕਮਾਈ ਕਿੱਡੀ ਵੱਡੀ ਹੋਏਗੀ, ਜਿੱਥੇ ਗੁਰੂ ਨਾਨਕ ਪਾਤਸ਼ਾਹ ਆਪ ਜਾ ਕੇ ਖੜੇ ਹੋ ਗਏ ਹੁਣ। ਯੋਗੀ ਭਰਤਰੀ ਦੇ ਬਾਰੇ ਗੁਰੂ ਸਾਹਿਬ ਨੇ ਦੱਸਿਆ, ਕਹਿੰਦੇ ਬਾਲਿਆ ਇਹਦੇ ਵਰਗਾ ਰਾਜਾ ਵੀ ਕੋਈ ਨਹੀਂ ਹੋਇਆ ਤੇ ਇਹਦੇ ਵਰਗਾ ਸਾਧੂ ਵੀ ਕੋਈ ਨਹੀਂ ਹੋਇਆ। ਦੋਨੇ ਪਾਸੇ ਐਂਡ ਕਰਾਇਆ ਹੋਇਆ, ਸਿਰਾ ਹੀ ਕਰਾਇਆ ਹੋਇਆ। ਜੇ ਸਾਧੂਆਂ ਵੱਲ ਵੇਖੀਏ ਤੇ ਰਾਜ ਭਾਗ, ਰਾਣੀਆਂ, ਹਾਥੀ, ਘੋੜੇ, ਫੌਜਾਂ, ਦੇਸ਼ ਸਭ ਕੁਝ ਛੱਡ ਕੇ ਇੱਕ ਕੱਫਣ ਪਾਇਆ ਹੋਇਆ, ਖੱਫਣੀ, ਬਿਨਾਂ ਬਾਹਾਂ, ਬਿਨਾਂ ਜੇਬਾਂ, ਸਿਰਫ ਕੋਲ ਇੱਕ ਕਮੰਡਲ ਹੈ, ਚਿੱਪੀ ਹੈ, ਕੋਈ ਭਾਂਡਾ ਨਹੀਂ, ਕੋਈ ਰਸੋਈ ਨਹੀਂ, ਕੋਈ ਕਿਚਨ ਨਹੀਂ, ਕੋਈ ਵਾਸ਼ਰੂਮ ਨਹੀਂ, ਸਿਰਫ ਇੱਕ ਕੁਟੀਆ ਦੇ ਵਿੱਚ ਰਹਿੰਦਾ ਏ। ਪਾਣੀ ਵੀ ਉਹਨਾਂ ਕੀ ਬਰਤਨ 'ਚ ਲੈ ਕੇ ਆਉਂਦਾ ਜਿੰਨਾ ਵਰਤ ਲਿਆ ਜਾਂਦਾ, ਕੋਈ ਲਾਲਚੀ ਨਹੀਂ। ਭਾਈ ਬਾਲਾ ਜੀ ਕਹਿੰਦੇ ਮਰਦ ਫਿਰ ਤੇ ਬੜੀ ਮਹਾਨ ਆਤਮਾ ਹੈ। ਜੇ ਰਾਜਾ ਹੋ ਕੇ ਯੋਗੀ ਬਣ ਗਿਆ, ਸਾਧੂ ਬਣ ਗਿਆ, ਖੇਡ ਥੋੜੀ ਹੈ। ਇੱਥੇ ਤੇ ਅੱਜ ਕੱਲ ਦੇ ਸਾਧਾਂ ਦੇ ਹਾਲ ਵੇਖੋ, ਜਣਾ ਖਣਾ ਚੇਅਰਮੈਨ ਬਣਿਆ ਫਿਰਦਾ, 5 ਗੱਡੀਆਂ ਹੂਟਰ ਲਾਈ, ਪੁਲਿਸ ਲਈ ਫਿਰਦੇ, ਆਰਮੀ ਪਿੱਛੇ, ਸਿਕਿਉਰਿਟੀ, ਸਾਧਾਂ ਵਾਲੇ ਕੰਮ ਨਹੀਂ। ਆ ਵੇਖੋ ਰਾਜਾ ਸਾਧ ਹੋ ਗਿਆ, ਯੋਗੀ ਬਣ ਗਿਆ। ਕਾਹਦੇ ਵਾਸਤੇ ਛੱਡਿਆ ਸਾਰਾ ਕੁਝ? ਸਿਰਫ ਰੱਬ ਦੀ ਪ੍ਰਾਪਤੀ ਵਾਸਤੇ। ਜ਼ਿੰਦਗੀ ਦਾ ਇੱਕੋ ਇੱਕ ਮਕਸਦ ਸੀ ਰਾਜੇ ਭਰਤਰੀ ਦਾ, ਯੋਗੀ ਦਾ, ਸਾਧੂ ਦਾ, ਵੀ ਮੈਨੂੰ ਪਰਮਾਤਮਾ ਜੇ ਮਿਲੇ ਤੇ ਮਿਲੇ ਸਾਖਸ਼ਾਤ, ਅੱਖਾਂ ਸਾਹਮਣੇ ਆ ਕੇ ਮਿਲੇ ਰੱਬ। ਉਹ ਸਮਾਂ ਵੀ ਆ ਗਿਆ। ਗੁਰੂ ਬਾਬਾ ਜੀ ਆਪਣੀ ਰਸਨਾ ਤੋਂ ਆਪ ਸਿਫਤਾਂ ਕਰਦੇ ਨੇ, ਕਹਿੰਦੇ ਭਾਈ ਵਾਲਿਆ ਇਸ ਸਾਧੂ ਵਰਗਾ ਇਸ ਇਲਾਕੇ 'ਚ ਸਾਧੂ ਕੋਈ ਨਹੀਂ। ਲੋਕ ਇਹਦੀ ਪੂਜਾ ਕਰਦੇ ਨੇ ਪਰ ਲੋਕਾਂ ਦੇ ਮੱਥੇ ਨਹੀਂ ਲੱਗਦਾ। ਕਿਉਂ ਨਹੀਂ ਜਾਂਦਾ? ਲੋਕਾਂ ਕੋਲ ਜਾਊ, ਲੋਕ ਮੱਥਾ ਟੇਕਣਗੇ, ਲੋਕੀ ਸਿਫਤਾਂ ਕਰਨਗੇ, ਆ ਲੋਕਾਂ ਦੀ ਮਾਇਆ, ਲੋਕਾਂ ਦੀਆਂ ਸਿਫਤਾਂ ਮੈਨੂੰ ਰੱਬ ਤੋਂ ਦੂਰ ਕਰਨਗੀਆਂ। ਇਸ ਲਈ ਜੰਗਲਾਂ ਦੇ ਵਿੱਚ ਆਸ਼ਰਮ ਬਣਾ ਕੇ, ਕੁਟੀਆ ਬਣਾ ਕੇ ਜ਼ਿੰਦਗੀ ਕੱਟਦਾ, ਬੜੇ ਆਨੰਦ 'ਚ ਵਸਦਾ ਏ। ਆਸ਼ਰਮ ਕੇ ਜਾਏ ਸਮੀਪਾ, ਬੈਸ ਗਏ ਬੇਦੀ ਕੁਲ ਦੀਪਾ। ਗੁਰੂ ਪਾਤਸ਼ਾਹ ਜੀ ਆਪ ਉਸ ਆਸ਼ਰਮ ਦੇ ਵਿੱਚ ਪ੍ਰਵੇਸ਼ ਹੋਏ, ਕਿਉਂਕਿ ਉਹਦੀ ਜਿਹੜੀ 4 ਦੀਵਾਰੀ ਬਾਉਂਡਰੀ ਵਾਲ ਹੈ ਨਾ, ਉਹ ਝਾੜੀਆਂ ਤੋਂ ਹੈ, ਕੰਡਿਆਂ ਤੋਂ ਹੈ, ਉੱਥੋਂ ਹੀ ਪ੍ਰਾਪਤ ਕੀਤਾ ਹੋਇਆ ਸਾਰਾ ਕੁਝ। ਜਿਵੇਂ ਜੰਗਲਾਂ ਦੇ ਲੋਕ ਰਹਿੰਦੇ ਆ, ਕਹਿੰਦੇ ਵਿੱਚ ਵਿਚਾਲੇ ਜਿਹੜੀ ਕੁਟੀਆ ਬਣੀ ਸੀ, ਮਰਦ ਉਹਦੇ ਦਰਵਾਜ਼ੇ ਕੋਲ ਰਹਿ ਗਏ, ਖੁੱਲੇ ਅਸਮਾਨ, ਅੰਦਰ ਨਹੀਂ ਗਏ। ਜਦੋਂ ਘਰ ਦਾ ਮਾਲਕ ਘਰ ਨਹੀਂ, ਅੰਦਰ ਕਿਉਂ ਜਾਣਾ? ਇਹ ਸਿਆਣਪ ਹੈ।
ਲੱਖ ਕਿਸੇ ਦਾ ਤਾਲਾ ਖੁੱਲਾ ਹੋਵੇ, ਗਲਤੀ ਨਾਲ ਬੇਗਾਨੀ ਪੌੜੀ ਤੇ ਕਦੇ ਪੈਰ ਨਾ ਧਰੀਏ। ਇਹ ਕੌਨਸ਼ੀਅਸ ਹੈ, ਇਹ ਸਿਆਣਪ ਹੈ। ਬੇਗਾਨੀ ਪੌੜੀ ਤੇ ਪੈਰ ਨਹੀਂ ਰੱਖਣਾ ਤੇ ਬੇਗਾਨੀ ਦਹਲੀਜ਼ ਵਿੱਚ ਬਿਨਾਂ ਪਰਮਿਸ਼ਨ ਤੋਂ ਕਦੇ ਨਹੀਂ ਜਾਣਾ, ਭਾਵੇਂ ਕੋਠੀ ਦੇ ਮਾਲਕ ਅਸੀਂ ਵੀ ਕਿਉਂ ਨਾ ਹੋਈਏ, ਘਰ ਕਿਰਾਏ ਤੇ ਕਿਉਂ ਨਾ ਹੋਵੇ, ਨਹੀਂ ਜਾਣਾ। ਇਹ ਅਸੂਲ ਨੇ ਸਿੱਖ। ਗੁਰੂ ਪਾਤਸ਼ਾਹ ਵਿਹੜੇ ਚ ਆ ਕੇ ਬਹਿ ਗਏ ਬਾਹਰ ਹੀ, ਪਰ ਉਸ ਆਸ਼ਰਮ ਵਿੱਚ ਨਹੀਂ ਗਏ ਜਿਸ ਆਸ਼ਰਮ ਦਾ ਦਰਵਾਜ਼ਾ ਹੀ ਕੋਈ। ਰਾਜਾ ਇਹ ਸਭ ਕੁਝ ਛੱਡ ਕੇ ਭਰਥਰੀ ਯੋਗ ਕਮਾਉਣ ਵਾਸਤੇ ਇੱਥੇ ਬੈਠਾ ਤੇ ਅੱਜ ਦਾ ਥੋੜੀ ਬੈਠਾ, ਪਤਾ ਨਹੀਂ ਕਿੰਨੇ ਕੁ ਸਾਲ ਹੋ ਗਏ, ਕਿੰਨੇ ਕੁ ਸਾਲ ਉਮਰ ਵਡੇਰੀ ਹੋ ਗਈ। ਭਾਈ ਬਾਲਾ ਜੀ ਪੁੱਛੇ, ਕਹਿੰਦੇ ਮਹਾਰਾਜ ਇਸ ਆਸ਼ਰਮ ਦਾ ਮਾਲਕ ਤੇ ਦਿਸਦਾ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਫਕੀਰ ਸਾਧੂ ਆਪਣੀ ਮੌਜ ਦੇ ਹੁੰਦੇ ਕਿਤੇ ਵਿਚਰਨ ਗਏ ਹੋਣਗੇ, ਸੱਜੇ ਖੱਬੇ ਹੋਣਗੇ, ਉਹ ਕਿਹੜਾ ਕਿਸੇ ਤੋਂ ਡਰਦੇ ਆ ਜਾਂ ਕਿਸੇ ਲਈ ਜਿਉਂਦੇ ਆ, ਆਪਣੇ ਆਪ ਲਈ ਜਿਉਂਦੇ ਹਨ। ਸੋ ਕਿਤੇ ਕਾਜ ਵਹਿਰ ਕੋ ਨਿਕਸਾ, ਦੇਖਿਓ ਮੁਖ ਪੰਕਜ ਸਮ ਬਿਕਸਾ। ਪਰ ਹੁਣ ਇੱਥੇ ਭਰਥਰੀ ਗਏ ਕਾਦੇ ਵਾਸਤੇ ਨੇ? ਜੰਗਲਾਂ ਦੇ ਪੱਤੇ ਤੇ ਕੰਦ ਮੂਲ ਚੁਗਣ ਵਾਸਤੇ। ਪੱਤੇ ਖਾ ਗੁਜ਼ਾਰਾ ਕਰਦੇ ਸੀ, 36 ਪ੍ਰਕਾਰ ਦੇ ਭੋਜ ਭੋਗਣ ਵਾਲਾ ਪੱਤਿਆਂ ਦੀ ਗੁਜ਼ਾਰਾ ਹੈ ਦੇ ਔਖਾ ਨਾ, ਪਰ ਨਹੀਂ, ਮਨ ਮੰਨਣ ਦੀ ਗੱਲ ਹੈ। ਮਨ ਮੰਨ ਗਿਆ, ਮਿਰਚ ਮਸਾਲੇ ਵੀ ਮਿੱਟੀ ਨੇ। ਨਹੀਂ ਮੰਨਿਆ ਨਾ, ਡਾਕਟਰ ਕਹਿੰਦਾ ਛੱਡਣਾ ਬੜਾ ਔਖਾ ਹੈ। ਪਰ ਜਿੱਦਣ ਮਨ ਨੇ ਆਪ ਹੀ ਕਹਿਤਾ ਅੱਜ ਤੋਂ ਮਿੱਠਾ ਮੈਂ ਨਹੀਂ ਖਾਣਾ, ਲੈ ਕੋਈ ਮਿੱਠੀ ਚਾਹ ਲਾ ਕੇ ਖਾਏ। ਜਿਸ ਦਿਨ ਮਨ ਨੇ ਕਹਿਤਾ ਮੈਂ ਮਸਾਲਾ ਨਮਕ ਮਿਰਚ ਨਹੀਂ ਖਾਣਾ, ਜੰਕ ਫੂਡ ਨਹੀਂ ਖਾਣਾ, ਖਵਾ ਕੇ ਵਿਖਾਏ। ਜਿੱਦਣ ਮਨ ਮੰਨ ਗਿਆ ਨਾ ਮੈਂ ਕੋਕ ਨਹੀਂ ਪੀਣਾ, ਕੋਲਡ ਡਰਿੰਕ ਨਹੀਂ ਪੀਣੇ, ਪਿਲਾ ਕੇ ਵਿਖਾਏ, ਕਹਿੰਦਾ ਨਿੰਬੂ ਪਾਣੀ ਲੈ ਲਓ। ਮਨ ਦੀ ਗੱਲ ਆ ਨਾ। ਤੇ ਜਿਹਦਾ ਨਹੀਂ ਮੰਨਿਆ ਹੁੰਦਾ, ਜਵਾਕਾਂ ਨੂੰ ਬੜਾ ਰੋਟੀ ਦਾ ਚਾਕਲੇਟ ਨਾ ਦਿਓ, ਕੋਕ ਨਾ ਦਿਓ, ਉਹ ਚੋਰੀ ਖਾ ਪੀ ਲੈਂਦੇ। ਆਪਾਂ ਖਾਈ ਜਾਂਦੇ ਆ ਵੱਡੇ, ਕਿਉਂਕਿ ਮਨ ਦੀ ਗੱਲ। ਰੌਲਾ ਸਾਰਾ ਮੰਨਦਾ ਹੈ। ਕਹਿੰਦੇ ਉਹ ਫਕੀਰ ਬੜਿਆ ਹੋਇਆ ਪੱਤੇ ਚੁੱਕ ਕੇ ਆਇਆ ਸੀ, ਪੱਤੇ ਖਾ ਪੀ ਕੇ ਪੇਟ ਭਰਿਆ। ਜਦੋਂ ਕਹਿੰਦੇ ਇਸ ਆਸ਼ਰਮ ਦੇ ਕੋਲੇ ਆਇਆ ਨਾ, ਹੱਥ 'ਚ ਕਮੰਡਲ ਫੜਿਆ, ਭਗਵੇ ਜੇ ਕੱਪੜੇ ਪਾਏ ਹੋਏ, ਜਿਵੇਂ ਗੋਰੀ ਪਾਈ ਹੁੰਦੀ ਸੀ, ਬੇਰੰਗੇ ਜੇ ਕੱਪੜੇ ਕੱਟੀ ਕਰਦੇ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕਦਮ ਵੇਖਿਆ, ਕਹਿੰਦੇ ਉੱਚਾ ਲੰਬਾ ਕੱਦ ਭਰਥਰੀ ਦਾ, ਚਿਹਰੇ ਤੇ ਹਾਸਾ, ਲਾਲ ਸੂਹਾ ਰੰਗ, ਭਗਤੀ ਦਾ ਰੰਗ ਹੈ ਇਹ। ਇੱਥੇ ਕਈ ਆ ਭੁਲੇਖਾ ਪਾੜ ਲੈਂਦੇ, ਕਹਿੰਦੇ ਫਲਾਣੀ ਦੇ ਚਿਹਰੇ ਤੇ ਲਾਲੀ ਆ, ਉਹ ਭਾਈ ਕੋਲੈਸਟਰੋਲ ਚੈੱਕ ਕਰਾਵੇ ਤਾਂ ਆਈ ਹੋਈ ਹੈ, ਹਾਰਟ ਦੀ ਪ੍ਰੋਬਲਮ ਹੋਣੀ ਆ। ਹੁਣ ਅੱਜ ਕੱਲ ਚਿਹਰੇ ਤੇ ਲਾਲੀ ਜ਼ਿੰਦਗੀ ਨੂੰ ਖਤਰਾ। ਜਿਸ ਬੰਦੇ ਦਾ ਹਾਰਟ ਰੁਕਣ ਵਾਲਾ ਹੈ, ਪਹਿਲਾ ਦੂਜਾ ਅਟੈਕ ਆਉਣ ਵਾਲਾ ਹੈ, ਉਹਦੇ ਪਹਿਲੇ ਸਿੰਪਟਮ ਨੇ ਚਿਹਰਾ ਲਾਲ ਰਹੂਗਾ ਸੁਰਖ ਅੱਜ ਦੇ ਸਮੇਂ। ਪਰ ਜਿਹਨਾਂ ਪੱਤੇ ਖਾਣੇ ਉਹਨਾਂ ਨੂੰ ਕਿੱਥੋਂ ਕੋਲੈਸਟਰੋਲ? ਨਾਮ ਦਾ ਸਰੂਰ ਹੁੰਦਾ ਸੀ ਜੀ। ਉੱਚਾ ਲੰਬਾ ਕੱਦ, ਪੈਰਾਂ 'ਚ ਖੜਾਵਾਂ ਪਾਈਆਂ ਹੋਈਆਂ ਨੇ। ਚੱਲ ਕੇ ਜਦੋਂ ਇਸ ਵਾਰਡ ਦੇ ਦਰਵਾਜ਼ੇ ਤੇ ਆਏ, ਉਹਦੀ ਪਹਿਲੀ ਨਜ਼ਰ ਪਈ ਗੁਰੂ ਨਾਨਕ ਪਾਤਸ਼ਾਹ ਤੇ। ਨਾਲ ਇੱਕ ਪਾਸੇ ਭਾਈ ਬਾਲਾ ਜੀ, ਇੱਕ ਪਾਸੇ ਭਾਈ ਮਰਦਾਨਾ ਜੀ ਬੈਠੇ ਨੇ। ਕੱਖਾਂ ਕਾਨਿਆਂ ਦੀ ਕੁੜੀਆ ਹੈ। ਉਹ ਵੇਖ ਕੇ ਗੁੱਸੇ ਨਹੀਂ ਹੋਇਆ ਵੀ ਮੇਰੀ ਮਲਕੀਅਤ ਵਿੱਚ ਕੌਣ ਬਹਿ ਗਿਆ, ਆਹੀ ਤੇ ਛੱਡਿਆ ਉਹਨੇ ਸਾਰਾ ਕੁਝ, ਰਾਜ ਭਾਗ ਛੱਡ ਆਇਆ ਉਹਨੇ। ਆਹ ਕੀ ਚੀਜ਼ ਹੈ? ਮਾਣ ਛੱਡ। ਕਹਿੰਦੇ ਹੌਲੀ ਹੌਲੀ ਅੰਦਰ ਆਇਆ, ਪਰ ਪਛਾਣਦਾ ਨਹੀਂ ਇਹ ਸਾਧੂ ਕੌਣ ਨੇ। ਖੁਸ਼ ਬੜਾ ਹੈ, ਕੋਈ ਸੰਤ ਵੇੜੇ ਆਏ, ਕੋਈ ਰੱਬ ਦੇ ਪਿਆਰੇ ਇੱਥੇ ਦਰਵੇਸ਼ ਆਏ ਨੇ। ਏਕ ਅਪੀਤ ਦਿਪਤ ਪ੍ਰਕਾਸ਼ਾ, ਧਰਿਆ ਸਰੂਪ ਮਨਹੁ ਸੁਖ ਰਾਸਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਵੇਖਿਆ ਨਜ਼ਰਾਂ ਭਰ ਕੇ, ਕਹਿੰਦੇ ਬੜਾ ਸੋਹਣਾ ਸੁੰਦਰ ਸਰੂਪ, ਪਿਆਰਾ ਜਿਹਾ ਚਿਹਰਾ, ਅਤੀਤ ਵੈਰਾਗੀ ਆਪਣੇ ਰੰਗ 'ਚ ਭਿੱਜਿਆ। ਕਦਮ 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 ਅੰਦਰ ਆਇਆ, ਵੇਖ ਭਾਈ ਮਰਦਾਨਾ ਤੇ ਬਾਲਾ ਜੀ ਖੜੇ ਹੋ ਗਏ। ਉੱਠ ਪਏ ਗੁਰੂ ਪਾਤਸ਼ਾਹ, ਐਡਾ ਸਤਿਕਾਰ। ਜਦੋਂ ਭਰਤਰੀ ਨੇ ਵੇਖਿਆ ਨਾ ਦਰਵੇਸ਼ ਰੱਬ ਦੇ ਪਿਆਰੇ, ਇਹਨਾਂ ਦੇ ਚਿਹਰਿਆਂ ਤੇ ਲਾਲੀਆਂ ਨੇ, ਕੋਈ ਰੱਬੀ ਇਲਾਹੀ ਨੂਰ ਲੱਗਦੇ ਆ। ਕਹਿੰਦੇ ਆਪਣਾ ਕਮੰਡਲ ਰੱਖਿਆ, ਬੋਲਿਆ ਨਹੀਂ, ਦੋਨੇ ਹੱਥ ਜੋੜੇ, ਖੁਸ਼ ਹੈ। ਕੋਈ ਸਾਡੇ ਗਰੀਬਾਂ ਦੇ ਵਿਹੜੇ ਆਏ, ਵੈਰਾਗੀ, ਅਤੀਤ ਹੈ। ਅਤੀਤ ਉਹਨੂੰ ਕਹਿੰਦੇ ਆ ਜਿਹਨੂੰ ਜੱਗ ਦੀ ਪਰਵਾਹ ਕੋਈ ਨਹੀਂ, ਕਿਸੇ ਦੀ ਪਰਵਾਹ ਨਹੀਂ। ਅਸੀਂ ਗ੍ਰਸਤੀ ਹਾਂ,
ਸਾਨੂੰ ਪੈਰ ਪੈਰ ਤੇ ਪ੍ਰਵਾਹ ਸੀ, ਬੇਪਰਵਾਹੀ ਦੀਆਂ ਗੱਲਾਂ ਜ਼ਰੂਰ ਕਰਦੇ ਆ, ਪਰ ਹਰ ਪਲ ਸਾਨੂੰ ਤਮਾ ਲੱਗੀ, ਹਰ ਪਲ ਸਾਡਾ ਇੱਕ ਇੱਕ ਪਲ, ਇੱਕ ਇੱਕ ਸੈਕਿੰਡ ਤੜਫ ਤੜਫ ਕੇ ਲੰਘਦਾ। ਜਦੋਂ ਨੇ ਮਰਦ ਨੂੰ ਵੇਖਿਆ ਨਾ, ਗੁਰੂ ਪਾਤਸ਼ਾਹ ਨੇ ਉਹਨੂੰ ਵੇਖ ਅੱਖਾਂ ਚੱਖਾਂ ਪਾਈਆਂ, ਉਹਨੇ ਇਸ਼ਾਰਾ ਕੀਤਾ, ਬੈਠ ਜਾਓ। ਜੀ ਆਇਆ। ਗੁਰੂ ਬਾਬਾ ਜੀ ਬੈਠੇ, ਭਾਈ ਬਾਲਾ ਤੇ ਭਾਈ ਮਰਦਾਨਾ ਜੀ ਬੈਠੇ। ਉਹਨੇ ਇੱਕ ਵਾਰ ਵੀ ਨਹੀਂ ਪੁੱਛਿਆ ਵੀ ਮੇਰੀ ਪਰਮਿਸ਼ਨ ਤੋਂ ਬਗੈਰ ਤੁਸੀਂ ਅੰਦਰ ਕਿਵੇਂ ਆਏ। ਕਿੱਡਾ ਵੱਡਾ ਗੁਣ ਹੈ। ਸਾਡਾ ਤੇ ਮਿੱਟੀ ਦਾ ਘਰ ਹੁੰਦਾ, ਇੱਟਾਂ ਪੱਥਰ ਮਿੱਟੀ ਹੈ, ਕੋਈ ਦਰਵਾਜ਼ੇ ਦੇ ਕਿਹੜਾ ਹਾਂ ਓਏ ਇੱਥੇ ਕਿਵੇਂ, ਕਿਹਨੂੰ ਪੁੱਛ ਕੇ ਆਇਆ, ਗੱਡੀ ਕਿਹਨੇ ਪੁੱਛ ਕੇ ਖੜਾ ਲਈ, ਹੰਕਾਰ ਹੈ ਕਿਤੇ। ਭਰਤਰੀ ਇੱਕ ਰਾਜਾ ਸੀ, ਪਰ ਅੱਜ ਉਹ ਰਾਜਾ ਜਿਹਦੇ ਅੱਗੇ ਮੰਤਰੀ ਕੰਮ ਕਰਦੇ ਆ, ਜੋ ਨਾ ਸੁਣਨ ਦਾ ਆਦੀ ਨਹੀਂ, ਜੋ ਹਮੇਸ਼ਾ ਆਪਣੀ ਤਾਰੀਫ ਸੁਣਦਾ ਹੈ। ਗੁਰੂ ਨਾਨਕ ਸਾਹਿਬ ਮਰਦ ਨੂੰ ਵੇਖ ਕੇ ਜਦੋਂ ਖਿੜਿਆ, ਖੁਸ਼ ਹੋਇਆ ਅੰਦਰੋਂ, ਤੇ ਮਰਦ ਵੀ ਖੁਸ਼ ਹੋ ਗਏ। ਇਹ ਹੁੰਦਾ ਦਿਲਾਂ ਨੂੰ ਦਿਲਾਂ ਦੇ ਰਾਹ। ਬੰਦਗੀ ਵਾਲਾ ਬੰਦਗੀ ਵਾਲੇ ਨੂੰ ਵੇਖ ਕੇ ਅੰਦਰੋਂ ਖਿੜਦਾ ਹੈ। ਅੱਜ ਦਾ ਸਿੱਖ ਨੂੰ ਵੇਖ ਕੇ ਕਹਿੰਦਾ, ਜੇ ਕਿਤੇ ਵਕਤ ਵਿਚਾਰ ਲਿਆ ਜਾਂ ਤੂੰ ਨਹੀਂ ਜਾਵੇਂ ਉਹ ਤੋਂ ਹੱਥ। ਗੁਰੂ ਬਾਬਾ ਜੀ ਕਹਿੰਦੇ ਬੈਠੋ ਭਾਈ। ਪਰ ਕੋਈ ਪੁੱਛਣਾ ਚਾਹੁੰਦਾ ਹੈ ਇਹ ਹੈ ਕੌਣ। ਜਰਨਲੀ ਪੁੱਛਣਾ ਇਹ ਨਹੀਂ, ਉਹ ਹਉਮੈ ਪੁੱਛਣਾ। ਉਹ ਪੁੱਛਣ ਦਾ ਕੋਈ ਮਕਸਦ ਆਉਂਦਾ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਵੱਲ ਵੇਖਿਆ, ਜਾਣਿਆ ਵੀ ਜਿਹੜੇ ਵਿੱਚ ਵਿਚਕਾਰ ਬੈਠੇ ਨੇ ਇਹਨਾਂ ਦਾ ਜਾਹੋ ਜਲਾਲ ਜ਼ਿਆਦਾ ਹੈ, ਕਿਉਂਕਿ ਰੱਬੀ ਨੂਰ ਹੈ ਪੂਰਾ ਇਦਾਂ ਦਾ। ਭਾਈ ਬਾਲਾ ਜੀ ਸ਼ਾਂਤ ਬੈਠੇ ਨੇ, ਭਾਈ ਮਰਦਾਨਾ ਜੀ ਇਹਨਾਂ ਵੱਲ ਵੇਖ ਰਹੇ ਨੇ। ਦੋਨੇ ਹੱਥ ਜੋੜ ਸਤਿਗੁਰਾਂ ਦੇ ਸਾਹਮਣੇ ਆ ਕੇ ਬੇਨਤੀ ਕਰਨ ਲਗਾਏ। ਮਸਤਕ ਆਜੁਤ ਲੋਚਨ ਲੋਨੇ, ਗਿਆਨ ਤਰਨ ਜਨ ਜਗ ਪ੍ਰਗਟਾਉਨੇ। ਮੱਥਾ ਟੇਕਿਆ ਸਤਿਗੁਰਾਂ ਦੇ ਚਰਨਾਂ ਤੇ। ਗੁਰੂ ਪਾਤਸ਼ਾਹ ਵੇਖ ਰਹੇ ਨੇ, ਕਹਿੰਦੇ ਵੱਡੇ ਵੱਡੇ ਨੈਣ ਅੱਖਾਂ, ਪਰ ਵੱਡੇ ਬਿਲਕੁਲ ਡੇਢੇ ਕਮਾਨ ਵਰਗੇ, ਮੱਥਾ ਚੌੜਾ ਚੋੜੀ ਵਰਗਾ। ਯੋਗੀ ਹੈ, ਸਾਧੂ ਹੈ। ਸਾਧੂ ਦੀ ਨਿਸ਼ਾਨੀ ਹੋਏਗੀ ਉਹਦਾ ਮਸਤਕ ਚੌੜਾ ਹੋਏਗਾ, ਵੱਟ ਨਹੀਂ ਹੋਣਗੇ। ਤੇ ਮੈਂ ਕਹਿੰਦਾ ਆਪਾਂ ਫੋਟੋ ਖਿਚਾ ਕੇ 20 ਵਾਰ ਫਿਲਟਰ ਲਾਈਦਾ ਵੀ ਯਾਰ ਜਿਹੜੀਆਂ ਮੱਥੇ ਤੇ ਪਈਆਂ ਝੋਲੀਆਂ ਜੀਆਂ ਮੁੱਕ ਜਾਣ। ਇਹ ਨਾ, ਇਹ ਦੁਖੀ ਬੰਦੇ ਦੀ ਨਿਸ਼ਾਨੀ ਹੈ ਵੀ ਸੜਿਆ ਪਿਆ ਅੰਦਰੋਂ, ਚਮੜੀ ਵੀ ਉਹਦਾ ਵੀ। ਇਹ ਦੁੱਖ ਦੀ ਨਿਸ਼ਾਨੀ ਆ ਮੱਥੇ ਤੇ ਵਾਲ ਪੈਣੇ। ਪਰ ਰੱਬ ਦੇ ਪਿਆਰਿਆਂ ਦਾ ਮੱਥਾ ਚੰਦਰਮਾ ਵਰਗਾ ਹੁੰਦਾ ਹੈ। ਸਤਿਗੁਰਾਂ ਨੇ ਨੈਣ ਭਰ ਕੇ ਉਹਦੇ ਵੱਲ ਵੇਖਿਆ, ਨੇਤਰ ਭਰ ਕੇ, ਤੇ ਭਰਤਰੀ ਨੇ ਅੱਖਾਂ ਮਟਕਾ ਕੇ ਮਨ ਨੂੰ। ਬੰਦਗੀ ਵਾਲਿਆਂ ਦਾ ਵੇਖੋ ਅੰਦਰ ਕੈਸਾ, ਕਿੰਨੇ ਪਿਆਰੇ ਨੇਤਰ ਹਨ। ਆਏ ਨਿਕਟ ਮੁਖ ਬਚਨ ਬਖਾਨਾ, ਕੌਣ ਦੇਸ਼ ਕਿਤ ਕਰਹੁ ਪਿਆਨਾ। ਸਤਿਗੁਰਾਂ ਦੇ ਕੋਲ ਬਹਿ ਕੇ ਨੇੜੇ ਆ ਕੇ ਹੱਥ ਜੋੜ ਕੇ ਪਤਾ ਕੀ ਕਹਿੰਦਾ, ਐਨੀ ਨਿਮਰ, ਆਪ ਜੀ ਕਿਸ ਦੇਸ਼ ਤੋਂ ਆਏ ਹੋ, ਕਿਸ ਦੇਸ਼ ਜਾਣਾ ਹੈ, ਕਿ ਕੌਣ ਹੋ ਤੁਸੀਂ। ਇਹ ਸ਼ਬਦ ਬੜੇ ਮਿੱਠੇ ਸਨ। ਬੋਲਦੇ ਆਪਾਂ ਵੀ ਹਾਂ ਓਏ ਕਿੱਥੋਂ ਆਇਆ, ਅੱਛਾ ਪੁਲਿਸ ਆਇਆ, ਕਿੱਥੇ ਜਾਏਗਾ, ਆਈਡੀ ਕਾਰਡ ਦਿਖਾ। ਅਗਲਾ ਕਹਿੰਦਾ ਯਾਰ ਤੂੰ ਬੰਦਾ ਹੈ ਜਦ ਅੰਦਰ, ਪਰ ਮਿੱਠੀ ਬੋਲੀ ਅੰਦਰੋਂ ਆ ਰਹੀ ਹੈ ਨਾ। ਕਹਿੰਦਾ ਆਪ ਜੀ ਕਿੱਥੋਂ ਆਏ ਹੋ, ਕਿੱਥੇ ਜਾ ਰਹੇ ਹੋ। ਲੱਗਦਾ ਹੈ ਉਹਨਾਂ ਨੂੰ ਵੀ ਇਹ ਦਰਵੇਸ਼ ਸਾਧੂ ਫਕੀਰ ਕਿਸੇ ਸਫ਼ਰ ਤੇ ਨਿਕਲੇ ਹੋਏ ਨੇ, ਕੋਈ ਲੰਬਾ ਸਫ਼ਰ ਇਹ ਪੰਧ ਕਰਕੇ ਆ ਰਹੇ ਨੇ। ਗੁਰੂ ਬਾਬਾ ਜੀ ਨੂੰ ਬੜੇ ਪ੍ਰੇਮ ਨਾਲ ਭੇਜ ਕੇ ਉਹਨੇ ਸਤਿਕਾਰ ਸਹਿਤ ਪੁੱਛਿਆ, ਤੇ ਸਤਿਗੁਰਾਂ ਨੇ ਵੀ ਉਹ ਤੋਂ ਵੱਧ ਸਤਿਕਾਰ ਚ ਉੱਤਰ ਦਿੱਤਾ। ਇਹ ਦੁਨੀਆ ਹੈ ਜਨਾਬ, ਜੀ ਕਹੋ ਤੇ ਜੀ ਕਹਾ ਲਓ, ਇੱਜ਼ਤ ਦੇ ਦਿਓ ਤੇ ਇੱਜ਼ਤ ਲੈ ਲਓ। ਪਰ ਸਾਡੀ ਖੋਪੜੀ ਪੁੱਠੀ ਹੈ ਵੀ ਮੈਂ ਕਿਸੇ ਨੂੰ ਜੀ ਕਿੱਦਾਂ ਕਹਿ ਦਿਆਂ, ਲੋਕੀ ਮੇਰੇ ਪੈਰੀ ਹੱਥ ਲਾਉਣ, ਪਰ ਮੈਂ ਨਾ ਕਿਸੇ ਨੂੰ ਬੁਲਾਵਾਂ ਸਿੱਧੇ। ਕਿਸੇ ਨੇ ਤੈਨੂੰ ਦਾਣੇ ਲੈਣੇ ਜਾਂ ਮਕਾਨੇ ਲੈਣੇ, ਤੇਰੇ ਬੁਲਾਏ ਬਿਨਾ, ਤੈਨੂੰ ਮਿਲੇ ਬਿਨਾ ਵੀ ਅਗਲੇ ਦੀ ਜ਼ਿੰਦਗੀ ਵਧੀਆ ਗੁਜ਼ਰਦੀ ਹੈ, ਜ਼ਿੰਦਗੀ ਚੱਲ ਰਹੀ ਹੈ। ਦੱਸੋ ਕਿਹਦੇ ਬਿਨਾ ਗੱਡੀ ਖੜੀ ਹੈ, ਤੇ ਮਾਂ-ਬਾਪ ਬਿਨਾ ਸਰ ਜਾਂਦਾ ਹੈ, ਧੀਆਂ ਪੁੱਤਾਂ ਬਿਨਾ ਸਰ ਜਾਂਦਾ ਹੈ, ਤੇ ਬਗਾਨਾ ਕੀ ਚੀਜ਼ ਹੈ। ਇੱਕ ਹੈ ਮੇਰੇ ਬਿਨਾ ਨਹੀਂ ਹੋਣਾ, ਮੇਰੇ ਬਿਨਾ ਆ ਨਹੀਂ। ਜਦੋਂ ਭਰਤਰੀ ਨੇ ਬੋਲੇ ਮਰਦ ਕਹਿੰਦੇ ਆਓ ਫਕੀਰੋ ਬੈਠੋ, ਜੀ ਆਇਆ। ਗੁਰੂ ਸਾਹਿਬ ਨੇ ਬੜਿਆ ਦਮਨਾ ਕੋਲ ਬਿਠਾਇਆ। ਭਾਵੇਂ ਕਿ ਘਰ ਭਰਤਰੀ ਦਾ ਏ, ਪਰ ਇਹ ਸਤਿਕਾਰ ਅਦਬ ਹੁੰਦਾ ਏ। ਕਹਿੰਦੇ ਇਸ ਮੁਲਾਕਾਤ ਨੂੰ ਭਾਈ ਬਾਲਾ ਮਰਦਾਨਾ ਬੜੀ ਗੰਭੀਰਤਾ ਨਾਲ ਵੇਖ ਰਹੇ ਨੇ ਵੀ ਏਦਾਂ ਪਾਤਸ਼ਾਹ ਤੇ ਮਿਲਦੇ ਆ ਜਿੱਦਾਂ ਪਤਾ ਨਹੀਂ ਮੁੱਦਤਾਂ ਤੋਂ ਜਾਣਦੇ ਹੁੰਦੇ ਆ।
मिले पहली बार, मुलाकात पहली है। देख अपूर्व तुमरो पावन, कीजै अपनो नाम बतावन। फिर भरतरी जी बड़े प्यार नाल पुछदे ने, आप जी दा लिबास बड़ा सोहना है, किरपा करके आप अपना नाम दसिए। कितनी इज्जत है जी, कितना सत्कार है। इत्थे ते चोले वाले नूं चोले वाला नहीं करता, पग वाले नूं पग वाला बर्दाश्त नहीं करता, कुर्ते पजामे वाला कुर्ते पजामे वाले नूं देख के राजी नहीं। पर शराबी साडे नाल चंगे, शराबी नूं शराबी कहंदा तू मेरा भाई मैं तेरा भाई, ते ज्ञानी ज्ञानी दे गल पिया फिरदा। ओ वेखी आ मत्था टेकण आया कहंदे ग्रंथी ना लग जे इत्थे, मैनूं ना कढ़ा दे। हरेक दे अंदर यही पाप चली जाता। क्यों? तुहाडी रोजी तुहाडा रिज़्क कोई नहीं हो सकता जे परमात्मा ने देना ते जंगलां च भी दे। पर वेखो प्यार के लिबास वेखो ने मत्थे वट नहीं पाया भी मैं एडा बड़ा योगी, मेरा नाम भरतरिंगा राज भाग छड्डिया, आ फकीर कपड़े पाई फिरदे मैथों उपर पाई फिरदे ने, ये कौन नहीं सड़िया नहीं। खुश हो गया वेख के सगों। क्यों खुश होया? ਉਹਨੂੰ ਲੱਗਦਾ ਵੀ ਇਹ ਭਗਤੀ ਵਾਲਿਆਂ ਤੋਂ ਮੈਨੂੰ ਸਿੱਖਣ ਨੂੰ ਕੁਝ ਮਿਲੂਗਾ। ਜੇ ਕਿਤੇ ਆ ਸਾਡੇ ਜੀਵਨ ਦੀ ਵਰਤੀ ਬਣ ਜੇ ਵੀ ਆ ਰੱਬ ਦਾ ਪਿਆਰਾ ਇਹ ਤੋਂ ਸਿੱਖਣ ਨੂੰ ਕੁਝ ਮਿਲੂ, ਫਿਰ ਤੇ ਬਹੁਤ ਕੁਝ ਬੜੇ ਖੁਸ਼ ਆ ਸੀ। ਨਹੀਂ, ਸਾਨੂੰ ਇਹ ਹੁੰਦਾ ਕਿਤੇ ਮੇਰਾ ਨਾ ਕੋਈ ਹੋ ਗਈ ਨਾ। ਗੁਰੂ ਬਾਬਾ ਜੀ ਮੁਸਕਰਾ ਪਏ, ਪਰ ਸਤਿਗੁਰਾਂ ਜਵਾਬ ਨਾ ਕੋਈ ਦਿੱਤਾ। ਭਾਈ ਬਾਲਾ ਜੀ ਕਹਿੰਦੇ ਮੈਂ ਮਰਦ ਦੇ ਮੁਖ ਵੱਲ ਵੇਖੀ ਗਿਆ ਵੀ ਭਰਤਰੀ ਜੀ ਗੁਰੂ ਸਾਹਿਬ ਨੂੰ ਬਚਨ ਕਰਦੇ ਆ, ਪੁੱਛਦੇ ਆ ਵੀ ਆਪ ਜੀ ਕਿੱਥੋਂ ਆਏ ਹੋ, ਕੀ ਤੁਹਾਡਾ ਲਿਬਾਸ ਹੈ, किथे जाना तुसी ने, नाम की है। सतगुर सच्चे पातशाह बिल्कुल खामोश अते शांत रहे। सुनिए श्री अंगद गुण खानी, गुरु रुख देख कही मैं बानी। दो बार भरतरी जी ने गुरु नानक साहब जी नूं ये शब्द पूछे, आप जी किथों आए हो, किथे जाना है तुसी ने, कौन तुहाडा नाम है, किहड़ा तुहाडा वेश है। ऐ गुरु अंगद देव महाराज, मैं गुरु बाबा जी का चेहरा पढ़िया भी सतगुर जी इस गल का जवाब आप नहीं मेरे तो दबाना चाहते हैं, कोई खास गल। कहते उस वेले मैं उठे हाथ जोड़े, मैं क्षमा पुरखो आप जी ने पूछा सी कितों आए हैं, कहते असीं दूरों आए हैं, बहुत दूर। अज बड़े ध्यान नाल सुनियो, जिस धरती ते असीं बैठे आ ना, हुण ये धरती उहो जी नहीं रही। कदे ਇਹਦਾ ਨਾਮ ਸੀ, कदे ਇਹਦੇ ਨਾਂ ਤੇ ਗੀਤ ਗਾਏ ਜਾਂਦੇ ਸੀ, ਦੁਨੀਆ ਇਸ ਧਰਤੀ ਦਾ ਲੋਹਾ ਮੰਨਦੀ ਸੀ। ਮਹਿਮੂਦ ਗਜ਼ਨਵੀ ਵਰਗੇ ਆਏ, ਅਹਿਮਦ ਸ਼ਾਹ ਅਬਦਾਲੀ ਵਰਗੇ ਆਏ, ਪਰ ਇਸ ਦੇਸ਼ ਨੂੰ ਜਿੱਤ ਨਹੀਂ ਸਕੇ। ਹਿੰਦੁਸਤਾਨ ਸਾਰਾ ਲੁੱਟ ਗਿਆ। ਇੱਥੇ ਇਹਨੂੰ ਨਹੀਂ ਕੁਝ ਕਰ ਸਕੇ। ਕਿ ਉਹਦਾ ਸ਼ਬਦ ਪਤਾ ਕੀ ਸੀ ਉਸ ਵੇਲੇ? ਭਾਈ ਬਾਲਾ ਜੀ ਉਹੀ ਸ਼ਬਦ ਨੇ ਜੋ ਉਸ ਵੇਲੇ ਸੀ। ਹੱਥ ਜੋੜ ਕੇ ਕਹਿੰਦੇ ਸੀ ਦੂਰੋਂ ਆਏ ਹਾਂ, ਲਹਿੰਦੇ ਪਾਸੇ ਤੋਂ ਆਏ ਹਾਂ। देश पंजाब सो दूर हमारा, इहो श्री नानक गुरु उतारा। साडा देश है देश पंजाब, पंजा दरियावां दी धरती पंजाब एक देश सी, अज नहीं है। सिर्फ स्टेट, लंगड़ी स्टेट, अद्धा पंजाब उधर रेड लाइन में आ गई, राजस्थान खोया गया, हिमाचल खो लिया, हरियाणा कटता, फरीदाबाद गया, उत्तर प्रदेश गया, की है साडे रहदा खुदा चंडीगढ़ खा गया। किहड़ा पंजाब है साडे? लंगड़ा पंजाब, कदेसी रंगला पंजाब। अज तक पुरातन तवारीखा पढ़ोगे किते नहीं लिखिया भी पंजाब कोई छोटी जी स्टेट है, कंट्री सी कंट्री, देश पंजाब। जे देश सी ताइयों महाराजा रणजीत सिंह राज करते सी, स्टेटां दे राज होंदे, देशां दे राज होंदे, मुल्कां दे। ते साडी हद लगदी सी अफगान नाल, अफगानिस्तान नाल। लाहौर इस देश की बहुत वड्डी राजधानी सी, मुख दिल सी ओहदा, ते हिंदुस्तान दा दिल सी दिल्ली। आखण लगे असीं देश पंजाब तो आए हां। इन्हां दा नाम है साहिब सतगुरु श्री गुरु नानक देव। सुन के बड़ा खुश होया, क्योंकि इनू लहिंदा तां किहा जांदा है, इस पासे सूरज लहिंदा है, असीं उत्तर की दिशा 'च बैठे हां, उत्तर 'ਚ ਅਸੀਂ ਸਾਰੇ
बेशक चलो अज मन्निया जाता उधर के हिसाब नाल असीं कहने चढ़दा पंजाब है, क्योंकि उधरों इधर नूं वेखांगे चढ़दा बस है ये पंजाब, पर इधर नूं वेखांगे ते लहिंदा है। असीं लहिंदे जां उत्तर हिंदुस्तान की रेलवे लाइन आउंदी है, ट्रैक आउंदा, जंक्शन आउंदा है, वो इस पासे आके खत्म हो जाता है। इसे करके लिखिया होंदा उत्तरी रेलवे भी उत्तर की दिशा में जाके अटारी ते ने मुक जाना है, खत्म हो जाना है, तो अगली कंट्री शुरू है उत्तर की दिशा च। दीन दुनिया के मालिक सतगुरां वाल जदों इशारा किया कि दे भरथरी इदां खड़ गया जिवें कवल दा फुल खड़दा है, बहुत चंगा लगा भी ये इन्नी दूरों आए आ। हुण असम अज भी कितनी दूर है, हज़ारां मील। दोने हाथ जोड़ ले जी, उन्होंने ये समझ ना आवे मैं की छकावां, ये दूर तो बहुत आए आ। फिर पूछते आ आप जी ने अगे किथे जाना है। हम सेवक सुख हेत सदाई, रहे संग इन करुणा पाई। मेरा नाम है भाई बाला के नाल मेरे मित्र भाई मरदाना जी बैठे ने। असी गुरु नानक साहब जी दे सेवक हाँ, भगत हाँ, प्यारे हाँ। ये साडे रब ने बनाया, साडे आउण दा मकसद दुनिया विच विचरना है। कदे नहीं क्या मर्द ने असी दुनिया तारन चले, हौमे दी बोली है। भाई मरदाना की कहते सी, जे कोई पुछदे सी जादूगर ने पुछदी की करना है, हो कहंदे घुमण आए असी ते विचरण वास्ते आए हैं। सतगुर सच्चे पातशाह जी वाले इशारा करके आखिया कहंदे असी ते विचरण वास्ते आए हैं, धरती नूं वेखना चाहुंदे आ किन्ने रंगा रंगां दी, इहदे विच ही सारा कुछ आ गया, दुनिया विच ही तार रहे हैं। भरतरी बड़े टका नाल बैठा है, बड़ी शांति च बैठा है, उच्चा लंबा कद काठ है, गुरु बाबा जी वर्गा, सिर्फ सिर हिलाउंदा है, मतलब हाँ च हाँ करता है। सतगुरां दे आउण दी खुशी बहुत हुई है। देशन देखण करन निहाला, विचरे अवनी बिरद किरपाला। कदों तक विचरोगे? भाई बाला जी कहंदे जदों तक मेरे सतगुरां दी मौज होएगी। किथे किथे जाओगे? कहंदे जिथे लै जाणगे। सिख दी दया बोली होनी चाहिए, जिवें सतगुर कराउणगे उवें करांगे, जिवें मर्द नूं भाउंदा उदां हो जाएगा। कितना आनंदमई सुभाव, निका सुभाव। कहते जिथे महाराज लेके जाणगे जावांगे, जिस देश च लै जाणगे जा आवांगे। पर भाई मरदाना जी इस वेले बड़े चुपचाप बैठे आ, नजर भर के नज़ारा वेख रहे आ भी एहो जी थां जिथे बैठिया ही अंदरों सुकून मिलदा है। सुनत भरथरे और मेह उहसा, बंदे पद बेदी कुल कलसा। फिर उस वेले भरथरी उठिया, गुरु नानक साहब जी के चरणों ते लम्मिया पै के डंडे वांग डंडौत की, ऐदां लम्मे अखां च हंझू। ये हंझू कादे आ? दुखां दे नहीं, खुशी दे हंझू। कहंदा मालिक मेरे आ, रब्बा मेरे तेरी याद विच हर पल बैठा रहिंदा हां। कहे के धन भाग ममिया जो, जाते भा तुम मिलन समाजो। लम्मा पिया ही कही जाता मेरे धन भाग, मेरे भाग वड्डे अज दर्शन आप जी दे हो गए। ओ साहिबा मेरे आ गरीब दी कुल्ली आ गया, आखो सतनाम अज ते पीली दे घर नाल आए आ गए। किन्ना प्रेम होना उस सिद्ध दे विच, उस योगी दे विच। कोई अपने सिख ते सिद्धां दी निंदिया ते लगे रहंदे हर वेले। सिद्धे हो जे सी सिद्धा ने आओ कीता, ओ कर्मा वाले सिख ते नानक मता साहब दी धरती ते जाके देखो। कदे अचल साहब दी धरती ते जाओ, अचल साहब बटाला की हो, सुमेर पर्वत ते की हुंदा रहा, रीठा साहब दी धरती ते किन्नियां चर्चावां होईयां। ठीक है, सिद्ध अपने जत सत धर्म च पक्के आ, विचार चर्चा करदे आ, पर प्रेम गुरु नानक साहब नाल किन्ना करदे हो। ठीक है, कदे च हंकार भी सी, वखरी गल हुण तां नहीं है। अज दे पूजण योग ने, क्योंकि हंकार गुरु साहब ने खत्म कर दिता, ते सिख बन गए गुरु साहब। दीन दुनिया के मालिक सतगुर सच्चे पातशाह जी के चरणों ते राजा भरतरी जो सिद्ध है, साधु है, सीधा लम्मा पै के चरणों को छड़दा ही नहीं। चिरंकाल की करत उड़ीका, भयो मनोरथ पूर्ण
ਚਰਨ ਜੀ ਕਾ। ਇੱਕੋ ਹੀ ਗੱਲ ਆਖਦਾ, ਕਹਿੰਦਾ ਚਿਰੰਕਾਲ ਲੰਮੇ ਸਮੇਂ ਤੋਂ ਮੈਂ ਤੁਹਾਡੀ ਉਡੀਕਾਂ ਕਰਦਾ ਸੀ, ਨਿਤ ਉਡੀਕਦਾ ਸੀ ਇਸ ਛੱਪਰ ਥੱਲੇ ਬਹਿ ਕੇ, ਨਿਤ ਉਡੀਕਦਾ ਸੀ। ਅੱਜ ਖੁਸ਼ੀ ਹੋਈ, ਉਹ ਭਾਗਾਂ ਵਾਲਾ ਦਿਨ ਆ ਗਿਆ, ਸਦੀਆਂ ਬਾਅਦ ਸਾਲਾਂ ਬਾਅਦ ਉਹ ਦਿਨ ਆਇਆ। ਰੱਬਾ ਮੇਰਿਆ ਕਿਵੇਂ ਤੇਰੇ ਚਰਨ ਛੱਡਦੇ ਆ, ਆਖੋ ਸਤਨਾਮ। ਖੁਸ਼ੀ ਦਾ ਟਿਕਾਣਾ ਹੀ ਕੋਈ। ਹੁਣ ਉਹ ਸਾਧੂ ਹੈ, ਆਪਾਂ ਖੁਸ਼ ਹੋਈਏ, ਆਪਾਂ ਕੀ ਕਹਿੰਦੇ ਆ, ਕਰੋ ਇਹ ਪਾਰਟੀ। ਦੁਨੀਆ ਤੇ ਖੜੀ ਆ ਨਾ, ਸਾਡੀ ਖੁਸ਼ੀ ਕਿੱਥੇ ਆ? ਜਿਹੜੇ ਆ ਧਾਰਮਿਕ ਲੋਕ ਨੇ ਸਾਡੇ ਵਾਲਾ ਲਾਣਾ, ਇੱਕ ਕੋਕ ਦੀ ਬੋਤਲ 4 ਸਮੋਸਿਆਂ ਦੇ ਖੁਸ਼। ਜਿਹੜੇ ਥੋੜੇ ਨਾਸਤਕ ਨੇ ਉਹ ਕਹਿੰਦੇ ਲਿਆ ਬੋਤਲ, ਲਿਆ ਮੁਰਗਾ, ਉਧਰਲੇ ਪਾਸੇ। ਪਰ ਜਿਹੜੀਆਂ ਨਾਮ ਜਪਣ ਵਾਲੀਆਂ ਰੂਹਾਂ ਨੇ ਉਹ ਚੀਜ਼ਾਂ ਥੋੜਾ ਮੰਗਦੇ, ਪਦਾਰਥਾਂ ਤੇ ਥੋੜਾ ਬੈਠੇ ਆ। ਉਹ ਅੱਖਾਂ ਸਾਹਮਣੇ ਬੈਠ ਕੇ ਆਪਣੀ ਖੁਸ਼ੀ, ਆਪਣਾ ਪ੍ਰੇਮ, ਆਪਣਾ ਸਿਦਕ ਭੇਟਾ ਕਰਦੇ ਆ, ਆਪਾਂ ਨਿਸ਼ਾਵਰ ਕਰਦੇ ਆ। ਇਹ ਹੁੰਦੀ ਪਾਰਟੀ ਉਹਨਾਂ ਦੀ, ਖੁਸ਼ੀ, ਆਨੰਦ। ਕਹਿੰਦਾ ਮਰਦ ਮੈਂ ਤੇ ਬੜੇ ਲੰਮੇ ਸਮੇਂ ਤੋਂ ਆਪ ਜੀ ਦੀ ਉਡੀਕ ਕਰਦਾ ਸੀ, ਅੱਜ ਭਾਗਾਂ ਵਾਲਾ ਦਿਨ ਆ ਗਿਆ, ਮੈਂ ਇਸ ਦਿਨ ਨੂੰ ਕਿਵੇਂ ਵਿਸਾਰਾਂ, ਇਹ ਮੈਥੋਂ ਭੁੱਲਿਆ ਜਾਣਾ ਨਹੀਂ। ਸਭ ਸਾਧਨ ਕੋ ਫਲ ਮੈਂ ਪਾਵਾ, ਜੋਗ ਵਿਰਾਗ ਸੁਆਜ ਸੁਹਾਵਾ। ਸਤਿਗੁਰ ਕਹਿੰਦੇ ਪਿਆਰਿਆ ਚਰਨ ਛੱਡ ਪਹਿਲਾਂ। ਬੜੇ ਪਿਆਰ ਚ ਮਰਦਾਂ ਨੇ ਚਰਨ ਛਡਾਏ, ਸਾਹਮਣੇ ਬਿਠਾਇਆ। ਕਹਿੰਦਾ ਮਹਾਰਾਜ ਯੋਗ ਸਾਧਨ ਬੜੇ ਕੀਤੇ। ਕਾਹਦੇ ਲਈ ਕੀਤੇ? ਰੱਬ ਵੱਲ। ਰੱਬ ਪਾਉਣ ਵਾਸਤੇ ਬੰਦਾ ਧਰਮ ਕਮਾਉਂਦਾ ਹੈ। ਜੇ ਰੱਬ ਦੀ ਪ੍ਰਾਪਤੀ ਹੀ ਨਹੀਂ ਫਿਰ ਧਰਮ ਕਾਹਦਾ? ਧਰਮ ਬਣਿਆ ਹੀ ਰੱਬ ਨੂੰ ਮਿਲਣ ਵਾਸਤੇ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਊੜ ਭਾਗੀ ਪਾਰੇ। ਮਰਦ ਕਹਿੰਦੇ ਕੋਈ ਵੱਡਿਆਂ ਭਾਗਾਂ ਵਾਲਾ ਪਾਉਂਦਾ, ਸੰਤਾਂ ਦਾ ਮਾਰਗ ਰਸਤਾ ਕੀ ਹੈ? ਧਰਮ ਉਹਨਾਂ ਦੀ ਪੌੜੀ ਹੈ। ਇਹ ਪੌੜੀ ਕਿਹੜੀ ਮੰਜ਼ਿਲ ਨੂੰ ਜਾ ਰਹੀ ਹੈ? ਪਰਮਾਤਮਾ ਨੂੰ। ਅੱਜ ਵੀ ਨੂੰ ਮਰਜ਼ੀ ਪੁੱਛੋ, ਅਸੀਂ ਧਰਮੀ ਆ, ਕਾਹਦੇ ਲਈ ਧਰਮ ਹੈ ਭਾਈ? ਇਹਦੇ ਪੌੜੀ ਹੈ ਧਰਮ ਤੇ। ਕਿਹੜੀ ਬਿਲਡਿੰਗ ਨੂੰ ਲਾਈ ਹੋਈ ਹੈ, ਕਿਹੜੀ ਮੰਜ਼ਿਲ ਨੂੰ? ਕਹਿੰਦੇ ਉਹ ਤਾਂ ਨਹੀਂ ਪਤਾ, ਸਾਡੇ ਬਾਬਾ ਜੀ ਨੇ ਸਾਨੂੰ ਨਾ ਨਾਮ ਦਿੱਤਾ ਹੋਇਆ ਵੀ ਭਾਈ ਧਰਮ ਤੇ ਹੁੰਦਾ ਰੱਬ ਨੂੰ ਮਿਲਣ ਵਾਸਤੇ। ਜੇ ਰੱਬ ਨੂੰ ਮਿਲਣ ਦੀ ਇੱਛਾ ਹੀ ਕੋਈ ਨਹੀਂ, ਆ ਪਦਾਰਥ ਮੰਗਣ ਵਾਸਤੇ ਧਰਮ ਕਮਾਈ। ਇਹ ਤੇ ਨਾਸਤਕ ਵੀ ਹੋਏਗਾ ਤਾਂ ਵੀ ਮਿਲੀ ਜਾਣਗੇ। ਚਾਈਨਾ ਸਾਰਾ, ਜਾਪਾਨ ਨਾਸਤਕ ਹੈ, ਰੱਬ ਨੂੰ ਨਹੀਂ ਮੰਨਦੇ। ਉਹ ਕਹਿੰਦੇ ਰੱਬ ਹੈ ਹੀ ਨਹੀਂ। ਹੁਣ ਤੁਸੀਂ ਆਹ ਦੱਸੋ, ਇੱਕ ਪਾਸੇ ਭਾਰਤ ਵਰਸ਼ ਦੀ ਫੋਟੋ ਲਾ ਦੋ ਵੀ ਇੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ, ਰਿਸ਼ੀ ਮੁਨੀ ਹੋਏ, 33 ਕਰੋੜ ਦੇਵੀ ਦੇਵਤਾ। ਅਜੇ ਤੱਕ ਦੀਆਂ 10 ਸਾਲ ਹੋ ਗਏ ਸਰਕਾਰ ਨੂੰ ਸ਼ੌਚਾਲਿਆ ਨਹੀਂ ਬਣੀ ਘਰਾਂ 'ਚ, ਤੇ ਜਾਪਾਨ ਵਾਲੇ ਕਿੱਥੇ ਤੁਰੇ ਫਿਰਦੇ ਆ। ਫਿਰ ਕੀ ਕਹੋਗੇ ਵੀ ਰੱਬ ਧਰਮੀ ਲੋਕਾਂ ਤੋਂ ਚੰਦਾ ਇਕੱਠਾ ਕਰਦਾ ਹੈ, ਦਈ ਜਾਪਾਨ 'ਚ ਜਾਂਦਾ, ਆਖੋ ਸਤਿਨਾਮ। ਬਰਕਤ ਉਹਨਾਂ ਨੂੰ ਦੇਈ ਜਾਂਦਾ ਹੈ। ਨਹੀਂ ਭਾਈ, ਐਸੀ ਗੱਲ ਨਹੀਂ। ਉਹਦੇ ਲਈ ਸਾਰੀ ਦੁਨੀਆ ਸਾਂਝੀ ਹੈ, ਕੋਈ ਮੰਨੇ ਜਾਂ ਨਾ ਮੰਨੇ। ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਮਾਉਂਦਾ। ਧਰਮ ਦਾ ਮਾਰਗ ਹੈ ਕੇਵਲ ਰੱਬ ਨੂੰ ਮਿਲਣਾ, ਰੱਬ ਦੀ ਪ੍ਰਾਪਤੀ। ਭਰਤਰੀ ਕਹਿੰਦਾ ਕਿ ਮੈਂ ਆਪ ਜੀ ਦੀ ਪ੍ਰਾਪਤੀ ਵਾਸਤੇ ਕੀ ਨਹੀਂ ਕੀਤਾ? ਜਗ ਕੀਤੇ। ਜਗ ਕਦੋਂ ਕੀਤੇ? ਜਦੋਂ ਰਾਜਾ ਸੀ। ਗਰੀਬ ਬੰਦਾ ਕਰ ਸਕਦਾ? ਇੱਕ ਜੱਗ ਦੇ ਵਿੱਚ ਦੇਸੀ ਘਿਓ ਇੰਨਾ ਪੈਂਦਾ ਹੈ, ਹਾਥੀ ਦੀ ਸੁੱਟ ਕਿੱਡੀ ਵੱਡੀ ਹੈ ਜੀ। 12 ਸਾਲ ਹਾਥੀ ਦੀ ਸੁੱਟ ਜਿੰਨਾ ਦੇਸੀ ਘਿਓ ਹਰ ਟਾਈਮ 24 ਘੰਟੇ ਐਵਰੀ ਟਾਈਮ ਪੈਂਦਾ ਰਹਿੰਦਾ। ਇੰਨੀ ਅੱਗ ਬਲਦੀ। ਕੀ ਇਹ ਕੋਈ ਗਰੀਬ ਬੰਦਾ ਕਰ ਲੂਗਾ? ਰਾਜੇ ਮਹਾਰਾਜਿਆਂ ਦਾ ਧੂਆਂ ਨਿਕਲ ਜਾਂਦਾ ਹੈ। ਕਹਿੰਦੇ ਮੈਂ ਜਗ ਕੀਤੇ, ਤਪ ਕੀਤੇ, ਸਿੱਧੀਆਂ ਕੀਤੀਆਂ, 84 ਆਸਣ ਕੀਤੇ, ਪਰ ਮੇਰਾ ਮਨ ਸ਼ਾਂਤ ਹੋਇਆ ਨਾ। ਅਸ ਕੈ ਘਰ ਗਏ ਬੈਠ ਸਮੀਪਾ, ਤਬ ਬੋਲੇ ਬੇਦੀ ਕੁਲ ਦੀਪਾ। ਰਾਜੇ ਭਰਤਰੀ ਦੇ ਬਚਨਾਂ ਨੂੰ ਸਤਿਗੁਰਾਂ ਨੇ ਬੜੀ ਸਹਿਨਸ਼ੀਲਤਾ ਨਾਲ ਸੁਣਿਆ। ਇੱਕ ਵੀ ਬਚਨ ਨਹੀਂ ਆਖਿਆ। ਇਹਨੂੰ ਕਹਿੰਦੇ ਸੁਣਨਾ। ਪਹਿਲਾਂ ਸੁਣਿਆ, ਫੇਰ ਬੇਦੀ ਕੁਲ ਦੇ ਮਾਲਕ ਗੁਰੂ ਬਾਬਾ ਜੀ ਆਪਣੀ ਸੁਭਾਵਿਕ ਰਸਨਾ ਤੋਂ ਬੋਲੇ। ਸਿੱਖ ਆਪਾਂ ਵੀ ਹੈ, ਆਪਾਂ ਕਹਿੰਦੇ ਲਿਸਨ ਟੂ ਮੀ। ਪਹਿਲਾਂ ਯਾਰ ਮੈਨੂੰ ਸੁਣ, ਮੈਂ ਆਪਣੀ ਗੱਲ ਭੁੱਲਾਂ। ਜੇ ਤੂੰ ਆਪਣੀ ਗੱਲ ਭੁੱਲ ਸਕਦਾ ਤੇ ਫਿਰ ਹੋਰ ਕੀ ਮੱਕੀ ਗੁੱਡੇਗਾ, ਕਰੇਗਾ ਕੀ? ਸੁਣਨਾ ਸਿੱਖ। ਜਿੱਦਣ ਸੁਣਨ ਲੱਗ ਪਏ ਨਾ, ਸੁਣਨ ਦੀ ਆਦਤ ਪੈ ਗਈ। 50% ਸਾਡੀਆਂ ਬਿਮਾਰੀਆਂ, 70% ਸਾਡੀਆਂ ਚਿੰਤਾਵਾਂ ਖਤਮ। ਦੁਖੀ ਕਿਉਂ ਆ? ਮੈਂ ਸੁਣਾਉਣਾ ਚਾਹੁੰਦਾ, ਮੇਰੀ ਕੋਈ ਸੁਣਦਾ ਹੀ ਨਹੀਂ। ਮੈਂ ਜਿਹਨੂੰ ਫੋਨ ਲਾਇਆ ਮੇਰੀ ਸੁਣੋ, ਕਹਿੰਦਾ ਯਾਰ ਕੰਮ ਤੇ ਆ, ਬਾਅਦ ਚੋਂ ਗੱਲ ਕਰ। ਕੋਈ ਨਹੀਂ ਸੁਣਦਾ। ਪਤੀ ਪਤਨੀ ਕੋਲ ਬੈਠਾ ਹੋ, ਕਹਿੰਦੀ ਮੈਂ ਕੰਮ ਕਰਨਾ, ਬੱਚਿਆਂ ਨੂੰ ਸਕੂਲ ਭੇਜਣਾ, ਫਿਰ ਸੁਣਾਈਆਂ। ਅਸੀਂ ਦੁਖੀ ਕਾਹਦੇ ਤੋਂ ਆ? ਮੇਰੀ ਸੁਣਦਾ ਕਿਉਂ ਨਹੀਂ? ਮੇਰੀ ਕਿਉਂ ਨਹੀਂ ਸੁਣਦਾ? ਨਾ ਛੱਡ ਇਹਨਾਂ ਗੱਲਾਂ ਨੂੰ।
सब दी सुननी शुरू कर दे। सुन के इन्ना नीवा हो जा, तेरी समझ दा पद्धर वड्डा होएगा। गुरु नानक साहब महाराज ने सारा कुछ भरतरी दा सुनिया। हुण महाराज बड़े प्यार दे अल्फाजां विच सतगुरां ने वचन कीते ने। इस प्रकार तुम हमको जानो, आगम की अड़ीक कस ठानो। भाई बाला जी कहते सतगुरां ने साडे दिल दी गल बुझी है। उही सवाल भरतरी जी ने पूछिया। बड़े प्यार च सतगुर कहते प्यारे भरतरी जी तुसी सानू किवें जाणदे हो, किवें जाणदे हो? बड़ा वड्डा सवाल है। पहला जिंदगी च मिले कदे नहीं, गुरु साहब पहली बार इस इलाके च आ रहे आ। पर भरतरी कहता मालिका मैं ते तैनूं बड़े लंबे समय तो उड़ीकदा, जाते किते मिले होणगे, मुलाकात हुई होएगी। एक सवाल सी भाई मरदाना जी के मन अंदर भी जदों असीं इत्थे आए पहली बार लगदा झूठ बोलदा है। आ मिले सी मर्द बड़े अदब नाल कहंदे महापुरख तुसीं सानू किवें जाणदे? पहली बार इस आश्रम उत्ते आपां एक दूजे नूं मिले हां। सुन कर पत्थर बचन उचारे, सब बिरतांत में कहूं सवारे। दोने हाथ जोड़ के भरतरी कहंदा मालिका मैनूं दस्सण दी आग्या दिओ, मैं आप जी नूं इहो ही दसना चाहुंदा भी मैं तुहानूं किवें जाणदा। हुण सानूं कोई बंदा राह जांदियां मिले आके नां लैके बुलावे, साडीਆਂ ਗੱਲਾਂ ਜਾਣੇ, ਸਾਡੇ ਰਿਸ਼ਤੇਦਾਰਾਂ ਨੂੰ ਜਾਣੇ, पर ਆਪਾਂ ਕਦੇ ਮਿਲੇ ਆਪਾਂ ਨੂੰ ਇਹੀ ਗੱਲ ਪੁੱਛਦੇ ਆ ਭਾਈ ਤੂੰ ਮੈਨੂੰ ਕਿਵੇਂ ਜਾਣਦਾ? मैं तो तेन मिलिया पहली बार, मैं तेन वेख्या कभी वो तुहाडे चाचे ताए भूआ मासियां सारियां दा बायोडाटा कट्टी फिरदा। तेरा फलाणे थां रिश्ता होया, तेरा विआह उत्थे होया, तेरी उत्थे भूआ रहिंदी है, तेरा भरा उत्थे रहिंदा है, तेरे बापू जी ये करदे आ। हैरान हो जाईदा ना भी मैं ते बंदा वेख्या पहली बार, मेरे बारे सारा कुछ जाणदा। वो कहंदा महाराज मैं ते तुहानूं लंबे समय तो उड़ीकदा। भरतरी दी उम्र सतगुरां तो बहुत वड्डी है। वो राजा रहा है पहला बाप, बड़ा कुछ ने जिंदगी च कमाया, सैकड़े सालां दी उम्र है भरतरी दी। अज मर्द कहते दसो भाई साडे सिख पुछना ते जानना चाहुंदे। कहंदा मालिका दुनिया ते कौन है जो तुहानूं नहीं जानदा? एक समय नारद मन पावन, मिल्यो मोहे जिह रूप सुहावन। इसे आश्रम दे कोले एक दिन जंगल दे विच मैनूं मिल गए महान महापुरख नारद मुनि जी। बड़ा दुख हुंदा जदों नारद मुनि बारे पढ़दे आ ना, वेखदे आ टीवी ते बनाया, सिर्फ लोकां ने उन्हां नूं चुगलखोर सिद्ध कीता। नारायण नारायण ते पता नहीं कुछ है 33 करोड़ देवी देवतियां विच किसे दी एडी भगती नहीं जिन्नी वड्डी तपस्या ते जड्डी वड्डी भगती नारद मुनि। फिर सुन लो, नारद मुनि ने गुरु नानक साहब जी तो लैके 10वें पातशाह तक दर्शन कीते या संगत कीती है। दरबार चौंदा रहा मन दसो किहड़ा देवता है जो सी किसे दी एडी। इहो प्यारा रब दा है। सचखंड जांदे आ नारद जी सदे, स्वर्गां दे लोकां नूं मिल के आ जांदे आ। एडी पहुंच की है क्यों? एडी पहुंच 11 प्रकार की भगती करते हैं नारद मुनि। कित्थे लेखा देण गया लोग उन्हां दी निंदिया करन वाले, उन्हां दा जुलूस कढण वाले। नारद मुनि ते रब वर्गी गुरु है। कदे इसे ने पुछया सी गुरु नानक साहब महाराज नूं, कहंदा महाराज जे तुहानूं मिलना होवे कित्थे मिलोगे? पता गुरु साहब ने की कहा सी? कहंदे नारद मुनि मैनूं लभना होवे ना किते ना जाई, जिथे रब नूं जपदी संगत बैठी होवे तैनूं उत्थे ही मिलांगा। आखो सतनाम। इसे करके नारद मुनि संगत चाहुंदे सी। कहते महाराज मैनूं ना नारद मुनि मिल गया। नारद मुनि का एक सुभाव सी, जिथे कोई बहुती बंदगी रब दी करदा सी ना, रब दे करीब कोई मिल जांदा सी परखण भी ये सच्ची रब दे करीब हो गए। उस प्यारे नूं चेते कर दे, नूं दिलासा दे आवां तैनूं मिलणगे परमात्मा। कहते मैनूं महाराज एक दिन नारद मुनि मिले, मैं ना पछाणिया, उन्हां मैनूं अपना परिचय दिता है। बीना हाथ भगत में पीना, रंगे प्रेम में रंग पर बीना। मैं जंगल में चौंकड़ा लाया, कहते मेरी अखां दे सामने आवाज आई नारायण नारायण। मैं जो अखां खोलिया, कहते मेरे सामने एक साबत सूरत मूरत, सोहनी दस्तार बची, लंबे लंबे केस उस दस्तार चो लटकदे, क्योंकि योगियां दे सिरां ते साधुआं दी पगड़ियां सी।
ਹੱਥ ਦੇ ਵਿੱਚ ਬੀਣਾ ਫੜੀ ਹੋਈ ਹੈ। ਨਾਰਦ ਮੁਨੀ ਜੀ ਦਾ ਸਾਜ਼ ਹੈ ਬੀਣਾ। ਉਹ ਰੱਬ ਦੇ ਰੰਗ 'ਚ ਭਿੱਜ ਕੇ ਜਦੋਂ ਉਹਦੇ ਪਿਆਰ 'ਚ ਨੱਚਦੇ ਆ ਨਾ ਨਾਰਦ ਜੀ, ਉਹਦੇ ਰੰਗ 'ਚ ਨੱਚਦੇ ਆ ਤੇ ਉਹ ਬੀਣਾ ਵਜਾਉਂਦੇ ਆ। ਬੀਣਾ ਜਿਵੇਂ ਇੱਕ ਬੰਸਰੀ ਹੁੰਦੀ ਹੈ, ਇਸੇ ਤਰ੍ਹਾਂ ਇੱਕ ਬੀਣਾ ਸਾਜ਼ ਹੁੰਦਾ ਹੈ। ਕਹਿੰਦੀ ਉਹਨਾਂ ਨੇ ਬੀਣਾ ਵਜਾ ਕੇ ਮੇਰੀ ਸਮਾਧੀ ਖੋਲੀ, ਮੈਂ ਨੇਤਰ ਖੋਲ ਕੇ ਵੇਖਿਆ, ਮੈਂ ਕਿਹਾ ਆਪ ਜੀ ਕੌਣ? ਬੜੇ ਪਿਆਰ ਪੁੱਛੇ ਮੈਨੂੰ, ਕਹਿੰਦੇ ਮੈਂ ਉਸੇ ਸੱਜਣ ਦਾ ਸੱਜਣ ਹਾਂ ਜਿਹਨੂੰ ਚੇਤੇ ਕਰਦਾ ਆਖੋ ਸਤਿਨਾਮ। ਮੈਂ ਫਿਰ ਪੁੱਛਿਆ ਕੌਣ ਹੋ ਤੁਸੀਂ? ਕਹਿੰਦੇ ਮੈਨੂੰ ਦੁਨੀਆ ਨਾਰਦ ਕਹਿੰਦੀ ਹੈ। ਨਾਰਦ ਦਾ ਅਰਥ ਕੀ ਹੈ? ਜੋ ਰੱਬ ਦਾ ਕਰੀਬੀ ਹੈ, ਰੱਬ ਦਾ ਪਿਆਰਾ ਹੈ। ਕਹਿੰਦੇ ਮੈਂ ਵੇਖ ਕੇ ਉੱਠ ਪਿਆ, ਉਹਨਾਂ ਨੂੰ ਉਸੇ ਥਾਂ ਤੇ ਬਿਠਾਇਆ, ਮਿਲ ਕੇ ਮੈਨੂੰ ਬੜੀ ਖੁਸ਼ੀ ਹੋਈ। ਮੈਂ ਬਿਲੋਕ ਕਰ ਬੰਦਨ ਕੀਨੀ, ਹੈਵ ਕਿਰਪਾਲ ਤਿਨ ਆਸਖ ਦੀਨੀ। ਮੈਂ ਲੰਮਿਆ ਪੈ ਕੇ ਨਾਰਦ ਮੁਨੀ ਜੀ ਦੇ ਚਰਨਾਂ ਤੇ ਸੀਸ ਰੱਖਿਆ, ਮੱਥਾ ਟੇਕਿਆ, ਉਹਨਾਂ ਮੇਰੇ ਸਿਰ ਤੇ ਹੱਥ ਰੱਖਿਆ। ਕਹਿੰਦੇ ਜਿਉਂਦਾ ਰਹਿ ਤੈਨੂੰ ਰੱਬ ਮਿਲੇ। ਰੱਬ ਦੇ ਪਿਆਰਿਆਂ ਦੇ ਆਸ਼ੀਰਵਾਦ ਇੱਦਾਂ ਦੇ ਹੁੰਦੇ ਤੇ ਸਾਡੇ ਵਰਗੇ ਕਲਯੁਗੀ ਜੀਵਾਂ ਦੇ। ਜਾਂ ਰੱਬ ਤੈਨੂੰ ਮੁੰਡਾ ਦੇ, ਪਰਮਾਤਮਾ ਤੇਰਾ ਚੰਗੇ ਘਰ ਵਿਆਹ ਕਰਾਏ, ਤੈਨੂੰ ਕੋਠੀ ਮਿਲ ਜੇ, ਚੰਗੀ ਵਹੁਟੀ ਮਿਲ ਜੇ। ਕਿਉਂਕਿ ਜੋ ਚੀਜ਼ਾਂ 'ਚ ਅਸੀਂ ਫਸੇ ਉਹੀ ਦੱਸਾਂਗੇ ਲੋਕਾਂ ਨੂੰ। ਤੇ ਜਿਹੜਾ ਰੱਬ ਨਾਲ ਜੁੜਿਆ ਉਹ ਕੀ ਕਹਿੰਦਾ ਏ? ਤੇਰਾ ਰੱਬ ਚਿੱਤੇ ਆਵੇ, ਸੱਚੇ ਪਾਤਸ਼ਾਹ ਤੈਨੂੰ ਨਾਮ ਦੀ ਦਾਤ ਬਖਸ਼ੀ। ਇਹ ਸਾਧੂਆਂ ਦੇ ਆਸ਼ੀਰਵਾਦ ਨੇ। ਸਾਡੇ ਆਸ਼ੀਰਵਾਦ ਜਾਓ ਕੈਨੇਡਾ ਦਾ ਵੀਜ਼ਾ ਬਣ ਜਵਾਨ ਅਮੀ ਅਸੀਂ ਇੱਥੇ ਖੜੇ। ਕਹਿੰਦੇ ਨਾਰਦ ਮੁਨੀ ਨੇ ਮੈਨੂੰ ਇਹ ਆਖਿਆ ਤੈਨੂੰ ਰੱਬ ਚਿੱਤੇ ਆਵੇ, ਤੈਨੂੰ ਪ੍ਰਭੂ ਮਿਲੇ। ਜਦੋਂ ਇਹਨਾਂ ਨੇ ਬਚਨ ਆਖੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ, ਕਿਉਂਕਿ ਮੈਂ ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭੂ ਮਿਲਣੇ ਦਾ ਚਾਹ ਤੇ ਮੈਨੂੰ ਸੀ ਰੱਬ ਨੂੰ ਮਿਲਣ ਦਾ, ਪਰ ਅਜੇ ਮਿਲਿਆ ਹੀ ਨਹੀਂ। ਨਾਰਦ ਖੁਸ਼ ਹੋ ਕੇ ਮੇਰੇ ਕੋਲ ਬੈਠ ਗਏ, ਪਿਆਰ ਦੇ ਬਚਨ ਆਖਣ ਲੱਗੇ ਨੇ। ਮੈਂ ਕਰ ਕੈ ਬੋ ਬਿਨੈ ਵਡਾਈ, ਕਛ ਪੂਛਨ ਹਿਤ ਗਿਰਾ ਆਲਾਈ। ਕਹਿੰਦੇ ਫਿਰ ਮੈਂ ਛਕਾਉਣਾ ਉਹਨਾਂ ਨੂੰ ਕੀ ਸੀ? ਕਿਉਂਕਿ ਉਹ ਰੋਟੀ ਪਾਣੀ ਤੇ ਥੋੜਾ ਚੱਲਦੇ ਆ। ਅਸੀਂ ਆ ਸੰਸਾਰੀ ਬੰਦੇ, ਘਰ ਆਏ ਰੋਟੀ ਨਾ ਪੁੱਛੋ ਤੇ ਜਾਈਦਾ ਨਹੀਂ। ਖਾਣਾ ਹਰ ਵੇਲੇ ਕਿਸੇ ਦਾ ਕੰਮ ਬਣ ਗਿਆ ਕਰ ਪਾਰਟੀ, ਕਿਸੇ ਦਾ ਨੁਕਸਾਨ ਹੋ ਗਿਆ ਕਹਿੰਦੇ ਕੋਈ ਨਹੀਂ ਮੈਂ ਕਰ ਦੂੰ ਪਾਰਟੀ। ਖਾਣ ਪੀਣ ਦੇ ਖੜੇ ਆ। ਰੱਬ ਦੇ ਪਿਆਰੇ ਕੀ ਖੁਰਾਕ ਦਿੰਦੇ ਆ? ਉਹ ਕੋਲ ਬਹਿ ਕੇ ਰੱਬ ਦੀ ਮਹਿਮਾ ਸੁਣਾਉਂਦੇ ਆ। ਇਹ ਉਹਨਾਂ ਦਾ ਭੋਜਨ ਹੁੰਦਾ ਏ, ਬੰਦਗੀ। ਕਹਿੰਦੇ ਨਾਰਦ ਮੁਨੀ ਜੀ ਨੇ ਮੇਰੀ ਰਸਨਾ ਤੋਂ ਬੰਦਗੀ ਸੁਣੀ, ਆਪਣੀ ਰਸਨਾ ਤੋਂ ਸੁਣਾਈ। ਆਖਿਰਕਾਰ ਮੈਨੂੰ ਕਹਿੰਦੇ ਭਗਤਾ ਮੰਗ ਕੁਝ ਮੰਗਦਾ ਹੈ। ਨਾਰਦ ਮੁਨੀ ਆਉਂਦੇ ਸੀ ਪਰਖਣ ਵਾਸਤੇ ਵੀ ਰੱਬ ਨੂੰ ਹੀ ਮਿਲਣਾ ਚਾਹੁੰਦਾ ਹੈ ਜਾਂ ਪਦਾਰਥਾਂ ਨੂੰ। ਜਦੋਂ ਆਪਾਂ ਭਗਤਾਂ ਦਾ ਜੀਵਨ ਪੜ੍ਹਦੇ ਧਰੂ ਤੇ ਪ੍ਰਹਿਲਾਦ ਦਾ, ਧਰੂ ਨੂੰ ਵੀ ਨਾਰਦ ਮੁਨੀ ਮਿਲਦੇ ਰਹੇ, ਕਹਿੰਦੇ ਦਸ ਰਾਜ ਦੇ ਦੀ, ਪ੍ਰਹਿਲਾਦ ਨੂੰ ਵੀ ਆ ਕੇ ਨਾਰਦ ਮੁਨੀ ਮਿਲਦੇ ਰਹੇ, ਕਹਿੰਦੇ ਦੱਸ ਤੈਨੂੰ ਕੀ ਚਾਹੀਦਾ ਮੈਂ ਦੇ ਦਾਂਗਾ, ਅਥਾਰਟੀ ਹੈ ਸਾਰਾ ਕੁਝ ਦੇਣਾ। ਉਹ ਕਹਿੰਦੇ ਨਹੀਂ, ਜੇ ਕੁਝ ਕਰ ਸਕਦੇ ਹੋ ਸੱਜਣ ਨਾਲ ਮਿਲਾ ਦਿਓ, ਆਖੋ ਸਤਿਨਾਮ। ਹੋਰ ਨਹੀਂ ਚਾਹੀਦਾ ਕੁਝ। ਸਮਾਂ ਸਮਾਪਤ ਹੈ ਜੀ, ਨਾਰਦ ਮੁਨੀ ਸਾਹਮਣੇ ਸਵਾਲ ਜਵਾਬ ਹੋ ਰਹੇ ਨੇ। ਕਥਾ ਬੜੇ ਪ੍ਰੇਮ ਦੀ ਹੈ, ਬੜੇ ਸੋਹਣੇ ਪ੍ਰਸੰਗ ਅੱਗੇ ਤੋਂ ਅੱਗੇ ਨਿਰਤ ਆਉਂਦੇ ਆ। ਪਿਛਲੇ ਪ੍ਰਸੰਗ ਬੜੇ ਸੋਹਣੇ ਸੀ, ਅਗਲੇ ਬਹੁਤ ਸੋਹਣੇ ਆ, ਕਿਉਂਕਿ ਗੁਰੂ ਬਾਬਾ ਜੀ ਦੀ ਕਥਾ ਨਾ ਜਿਹੜੀ ਅੰਦਰ ਨੂੰ ਆਨੰਦਿਤ ਕਰ ਦਿੰਦੀ, ਅੰਦਰ ਭਿੱਜ ਜਾਂਦਾ ਸੁਣ ਕੇ। ਮਹਾਰਾਜ ਕਿਰਪਾ ਕਰਨ ਕਿਤੇ ਸਾਡੇ ਅੰਦਰ ਵੀ ਇਹ ਪਿਆਰ ਜਾਗੇ, ਇਹ ਨਿਮਰਤਾ ਆ ਜੇ। ਵਾਹਿਗੁਰੂ ਵਾਹਿਗੁਰੂ।